ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV ਤੇ ਮੈਂ ਹਾਂ ਮੋਹਿਤ ਰੂਬਲ ਮੈਂ ਜਤਿੰਦਰ ਸਿੰਘ ਖਹਿਰਾ ਤੇ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਮੁੱਦਾ। ਦੋਸਤੋ, ਪ੍ਰੋਗਰਾਮ ਤਾਂ ਤੁਸੀਂ ਦੇਖ ਰਹੇ ਹੋ ਤਾਂ ਤੁਹਾਨੂੰ ਸ਼ਾਇਦ ਨਹੀਂ ਪਤਾ ਹੋਣਾ, ਪਰ ਤੁਹਾਨੂੰ ਦੱਸ ਦਿੰਦੇ ਹਾਂ ਕਿ ਪ੍ਰੋਗਰਾਮ ਨੂੰ ਕਰਨ ਤੋਂ ਪਹਿਲਾਂ ਅਸੀਂ ਕਾਫੀ ਗੱਲਾਂ ਡਿਸਕਸ ਕਰਦੇ ਹਾਂ, ਇੱਕ ਪੈਨ ਡਾਊਨ ਕਰ ਲੈਂਦੇ ਹਾਂ, ਯਾਨੀ ਕਿ ਗੱਲਾਂ ਜਿਹੜੀਆਂ ਨੇ ਅਸੀਂ ਲਿਖ ਲੈਂਦੇ ਹਾਂ ਕਿ ਅੱਜ ਅਸੀਂ ਆਹ ਗੱਲ ਕਰਾਂਗੇ, ਅੱਜ ਅਸੀਂ ਉਹ ਮੁੱਦਾ ਛੇੜਾਂਗੇ, ਅਸੀਂ ਇਸ ਚੀਜ਼ ਨੂੰ ਬਹੁਤਾ ਐਕਸਪਲੇਨ ਕਰਾਂਗੇ, ਇਸ ਚੀਜ਼ ਨੂੰ ਘੱਟ ਐਕਸਪਲੇਨ ਕਰਾਂਗੇ। ਸੋ ਜਿਹੜੀ ਚੀਜ਼ ਲਿਖੀ ਹੁੰਦੀ ਹੈ, ਜੋ ਕਿ ਅਕਸਰ ਸਾਡੇ ਕੋਲ ਹੁੰਦੀ ਹੈ, ਜਿਹੜੇ ਪੇਪਰ ਜਿਹਾ ਹੁੰਦਾ ਜਿੱਥੇ ਲਿਖਿਆ ਹੁੰਦਾ ਕਿ ਅੱਜ ਕਿਹੜੀ ਗੱਲ ਕਿਵੇਂ ਕਿੱਦਾਂ ਹੋਵੇਗੀ, ਸੋ ਅਗਰ ਉਹੀ ਪੇਜ ਅਗਰ ਤੁਹਾਡੇ ਕੋਲ ਪਹਿਲਾਂ ਪਹੁੰਚ ਜਾਵੇ, ਤੁਸੀਂ ਥੋੜ੍ਹਾ ਜਿਹਾ ਮਿਲਾ ਕੇ ਬੋਲੋ ਯਾਰ ਇਹਨਾਂ ਨੇ ਵਾਕਈ ਜਿੱਦਾਂ ਜਿੱਦਾਂ ਲਿਖਿਆ ਉੱਦਾਂ ਉੱਦਾਂ ਹੀ ਗੱਲ ਕੀਤੀ ਹੈ, ਉੱਦਾਂ ਹੀ ਦੀ ਗੱਲਾਂ ਸਾਨੂੰ ਸਮਝਾਈਆਂ ਨੇ, ਸੋ ਤੁਸੀਂ ਕੀ ਸੋਚੋਗੇ ਕਿ ਇਹ ਵੈਲ ਪ੍ਰੀਪੇਅਰਡ ਆ ਕਿ ਇਹਨਾਂ ਨੇ ਕੁਝ ਸੋਚਿਆ ਸੀਗਾ ਕਿ ਮੈਂ ਆਹ ਚੀਜ਼ ਮੁਕਾਮ ਹਾਸਲ ਕਰਨਾ, ਮੈਂ ਇਹ ਗੱਲ ਡਿਲੀਵਰ ਕਰਨੀ ਹੈ, ਜਾਂ ਮੈਨੂੰ ਸੋਚੋਗੇ ਕਿ ਯਾਰ ਇਹ ਤਾਂ ਦੇਸ਼ ਦਰੋਹੀ ਨੇ, ਇਹਨਾਂ ਨੇ ਕੁਛ ਸਾਜ਼ਿਸ਼ ਕੀਤੀ ਹੈ, ਇਹ ਪ੍ਰੋਪਾਗੈਂਡਾ ਫੈਲਾ ਰਹੇ ਨੇ। ਸੋ ਆਹੀ ਜਿਹੜੇ ਹਾਲਾਤ ਨੇ ਇਸ ਵਕਤ ਭਾਰਤ ਵਿੱਚ ਚੱਲ ਰਹੇ ਨੇ। ਕਿਸਾਨੀ ਅੰਦੋਲਨ ਨੂੰ ਬਦਨਾਮ ਕਰਨ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਗ੍ਰੇਟਾ ਥਨਬਰਗ ਵੱਲੋਂ ਇੱਕ ਟਵੀਟ ਸ਼ੇਅਰ ਕੀਤਾ ਜਾਂਦਾ ਜਿਸ ਨਾਲ ਇੱਕ ਗੂਗਲ ਡਾਕੂਮੈਂਟ ਜਿਸ ਵਿੱਚ ਲਿਖਿਆ ਗਿਆ ਹੈ ਕਿ ਕਿਵੇਂ ਅਸੀਂ ਪੂਰੇ ਅੰਦੋਲਨ ਨੂੰ ਹੋਰ ਲਾਈਮਲਾਈਟ ਵਿੱਚ ਲੈ ਕੇ ਜਾ ਸਕਦੇ ਹਾਂ, ਕਿਵੇਂ ਹੋਰਾਂ ਸੈਲੀਬ੍ਰਿਟੀਜ਼ ਕੋਲੋਂ ਅਸੀਂ ਟਵੀਟ ਕਰਾਣੇ ਆ, ਕਿਹੜੇ ਹੈਸ਼ਟੈਗ ਦੀ ਕਦੋਂ ਵਰਤੋਂ ਕਰਨੀ ਹੈ, ਕਿਹੜਾ ਜਿਹੜਾ ਅੰਦੋਲਨ ਅਸੀਂ ਕਿਵੇਂ ਹੋਰ ਉੱਪਰ ਲੈ ਕੇ ਜਾਣਾ। ਸੋ ਆਹ ਸਾਰੀ ਜਿਹੜੀ ਪਲੈਨਿੰਗ ਸੀਗੀ ਜਿਹੜੀ ਉਹਨਾਂ ਵੱਲੋਂ ਸ਼ੇਅਰ ਹੋ ਜਾਂਦੀ ਹੈ ਤੇ ਬਾਅਦ ਵਿੱਚ ਉਹਨਾਂ ਨੇ ਡਿਲੀਟ ਕੀਤੀ। ਫਿਰ ਸਰਕਾਰ ਕਹਿੰਦੀ ਤੁਸੀਂ ਡਿਲੀਟ ਕਾਹਤੋਂ ਕੀਤਾ? ਉਹਨਾਂ ਨੇ ਡਿਲੀਟ ਤਾਂ ਕੀਤਾ, ਉਹਨਾਂ ਨੇ ਅਗਲੀ ਟਵੀਟ ਵਿੱਚ ਦੱਸਿਆ ਕਿ ਉਹ ਜਿਹੜਾ ਡਾਕੂਮੈਂਟ ਸੀਗਾ ਉਹ ਪੁਰਾਣਾ ਹੋ ਚੁੱਕਿਆ, ਉਹ ਦਿਨ ਨਿਕਲ ਚੁੱਕੇ ਸੀਗੇ, ਜਿਹੜੇ ਆਉਣ ਵਾਲੇ ਦਿਨ ਅਗਲੇ ਜਿਹੜੀ ਦਿਨਾਂ ਦੀ ਪਲੈਨਿੰਗ ਸੀਗੀ ਉਹਨਾਂ ਨੇ ਦੁਬਾਰਾ ਸ਼ੇਅਰ ਕੀਤੀ ਕਿ ਆਹ ਨਵੀਂ ਟੂਲ ਕਿੱਟ ਹੈ, ਆਹ ਸਾਡੀ ਨਵੀਂ ਪਲੈਨਿੰਗ ਹੈ। ਪਰ ਸਰਕਾਰਾਂ ਦਾ ਕੀ ਦੋਸ਼ ਹੈ? ਸਰਕਾਰ ਕਹਿ ਰਹੀਆਂ ਨੇ ਕਿ ਇਹਨਾਂ ਨੇ ਤਾਂ ਬੜਾ ਕੁਝ ਵੱਡਾ ਮੈਂ ਕਹਿੰਦਾ ਕੋਈ ਪਲੈਨਿੰਗ ਕਰ ਲਈ ਹੈ, ਦੇਸ਼ ਨੂੰ ਨੁਕਸਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਆਹ ਜਿਹੜੀ ਗੱਲਾਂ ਮੈਂ ਸਮਝਾਉਣ ਦੀ ਕੋਸ਼ਿਸ਼ ਕੀਤੀ, ਇੱਕ ਸਕ੍ਰਿਪਟ ਜਿਹੜੀ ਹੈ ਅਸੀਂ ਪਹਿਲਾਂ ਪ੍ਰੀ ਪਲਾਨ ਕਰਦੇ ਹਾਂ ਤਾਂ ਜੋ ਐਸੇ ਅਕੋਰਡਿੰਗ ਚੱਲਿਆ ਜਾਵੇ, ਐਸੇ ਲੀ ਤੇ ਚੱਲਿਆ ਜਾਵੇ। ਪਰ ਸਰਕਾਰਾਂ ਜਿਹੜੀਆਂ ਨੇ ਜਿਨ੍ਹਾਂ ਨੂੰ ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ ਹੈ, ਉਹ ਜਾਣ ਬੁੱਝ ਕੇ ਇੱਕ ਨਵਾਂ ਮੁੱਦਾ ਲੈ ਕੇ ਆ ਰਹੀ ਹੈ ਸਾਡੇ ਸਾਹਮਣੇ ਕਿ ਲੋਕਾਂ ਨੂੰ ਮਜਬੂਰ ਕਰ ਰਹੇ ਨੇ ਕਿ ਬਈ ਜਿਹੜੀ ਗ੍ਰੇਟਾ ਥਨਬਰਗ ਹੈ ਜਾਂ ਫਿਰ ਜਿਹੜੇ ਲੋਕ ਜਿਹੜੇ ਉਹਨਾਂ ਨੂੰ ਸਪੋਰਟ ਕਰ ਰਹੇ ਨੇ ਉਹ ਸਾਰੇ ਦੇ ਸਾਰੇ ਦੇਸ਼ ਦਰੋਹੀ ਨੇ। ਯਾਨੀ ਕਿ ਕੰਪਲੀਟਲੀ ਪੂਰਾ ਦਾ ਪੂਰਾ ਮੁੱਦਾ ਚੇਂਜ ਕਰਨ ਦੀ ਕੋਸ਼ਿਸ਼ ਸਰਕਾਰਾਂ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ। ਵਾਕਈ ਮੋਹਿਤ ਜੀ ਦੇਖੋ, ਮੁੱਦਾ ਭੜਕਾਉਣਾ ਇੱਥੇ ਇੱਕ ਆਮ ਗੱਲ ਹੈ। ਕੋਈ ਵੀ ਮੁੱਦਾ ਹੋਵੇ, ਚਾਹੇ ਤੁਸੀਂ ਜਿਹੜੇ ਕਰੰਟ ਮੁੱਦੇ ਆ, ਜਿਵੇਂ ਅਸੀਂ ਹੈਲਥ ਦੀ ਗੱਲ ਕਰਦੇ ਹਾਂ, ਅਸੀਂ ਇਲੈਕਸ਼ਨਸ ਦੇ ਉੱਤੇ ਦੇਖਦੇ ਹਾਂ ਕਿ ਉਹਦੇ ਉੱਤੇ ਗੱਲ ਨਹੀਂ ਹੁੰਦੀ। এনवायरमेंट ਇੱਕ ਬਹੁਤ ਵੱਡਾ ਮੁੱਦਾ ਹੈ। ਇੱਦਾਂ ਕਹਿ ਲਓ ਕਿ ਉਹ ਕਮੀਆਂ ਨੇ ਜਿਹੜੀਆਂ ਸਾਡੇ ਦਰਪੇਸ਼ ਨੇ, ਅਸੀਂ ਉਹਨਾਂ ਦੇ ਬਾਰੇ ਗੱਲ ਨਹੀਂ ਕਰਦੇ। ਇਹ ਇੰਡੀਅਨ ਜਿਹੜੇ ਪੋਲੀਟਿਕਸ ਹੈ ਜਾਂ ਫਿਰ ਇਹ ਕਹਿ ਲਓ ਕਿ ਸਾਡੀ ਪੋਲੀਟਿਕਸ ਜਿਹੜੀ ਹੈ ਉਹਦਾ ਇੱਕ ਬਹੁਤ ਵੱਡਾ ਇੰਟੈਗਰਲ ਪਾਰਟ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਅਹਿਮ ਪਾਰਟ ਹੈ। ਇਹ ਮੁੱਦਿਆਂ ਦੇ ਉੱਤੇ ਨਹੀਂ ਗੱਲ ਕਰਦੇ, ਬਲਕਿ ਉਹਨਾਂ ਮੁੱਦਿਆਂ ਦੇ ਉੱਤੇ ਗੱਲ ਕਰਦੇ ਜਿਹੜੇ ਭੜਕਾਊ ਮੁੱਦੇ ਹੁੰਦੇ। ਧਰਮ ਦੇ ਉੱਤੇ ਗੱਲ ਅਕਸਰ ਅਸੀਂ ਹੁੰਦੀ ਦੇਖੀ ਹੈ। ਅਸੀਂ ਉਸ ਗੱਲ ਉੱਤੇ ਦੇਖੀ ਹੈ ਜਿੱਥੇ ਹਿੰਦੂ ਮੁਸਲਿਮ ਦੀ ਡਿਬੇਟ ਹੁੰਦੀ ਹੈ ਕਿ ਬਈ ਉਹ ਚੰਗਾ ਆ, ਉਹ ਮਾੜਾ ਆ, ਉਹ ਚੰਗਾ ਆ, ਉਹ ਮਾੜਾ ਆ। ਜਦ ਕਿ ਐਜੂਕੇਸ਼ਨ ਉੱਤੇ ਡਿਬੇਟ ਹੋਣੀ ਚਾਹੀਦੀ ਹੈ, ਹੋਣੀ ਚਾਹੀਦੀ ਹੈ। ਇਨਫਰਾਸਟ੍ਰਕਚਰ ਦੇ ਉੱਤੇ ਡਿਬੇਟ ਹੋਵੇ, ਟਰਾਂਸਪੋਰਟ ਦੇ ਉੱਤੇ ਹੋਵੇ, ਹੈਲਥ ਦੇ ਉੱਤੇ ਹੋਵੇ, ਔਰ ਅਸੀਂ ਸਭ ਤੋਂ ਇੰਪੋਰਟੈਂਟ ਫੈਕਟ ਜਿਹਨੂੰ ਮੰਨਦੇ ਹਾਂ এনवायरमेंट ਦੇ ਉੱਤੇ ਹੋਵੇ ਕਿ ਇਨਸਾਨ ਰਹੂਗਾ ਤਦੇ ਗੱਲ ਹੋਊਗੀ। ਹੁਣ ਤੁਸੀਂ ਗੱਲ ਕਰ ਰਹੇ ਹੋ ਟੂਲ ਕਿਟ। ਟੂਲ ਕਿਟ ਮੈਂ ਮੇਜਰ ਸਿੰਘ ਨਾਲ ਵੀ ਗੱਲ ਕਰ ਰਿਹਾ ਸੀ ਕਿ ਟੂਲ ਕਿਟ ਹੈ ਕੀ। ਉਹਨਾਂ ਨੇ ਵੀ ਤੁਹਾਡੇ ਨੂੰ ਦੱਸਿਆ ਕਿ ਇੱਕ ਈਵੈਂਟ ਮੈਨੇਜਮੈਂਟ ਆ। ਜਦੋਂ ਅਸੀਂ ਵਿਆਹ ਕਰਦੇ ਹਾਂ ਤਾਂ ਅਸੀਂ ਈਵੈਂਟ ਮੈਨੇਜਮੈਂਟ ਕੰਪਨੀ ਨੂੰ ਕਹਿੰਦੇ ਹਾਂ ਵੀ ਤੂੰ ਈਵੈਂਟ ਮੈਨੇਜਮੈਂਟ ਕਰ ਲਈ। ਉਹ ਉੱਦਾਂ ਹੀ ਸਾਨੂੰ ਲਿਖ ਕੇ ਪੇਜ ਤੇ ਦੱਸ ਦਿੰਦੀ ਆ ਵੀ ਇੰਨੇ ਵਜੇ ਤੁਹਾਡੀ ਬਰਾਤ ਦਾ ਆ ਹੋਊਗਾ, ਆਹ ਸਨੈਕ ਚੱਲਣਗੇ, ਆਹ ਸਭ ਕੁਝ ਹੋਊਗਾ, ਤੇ ਜਿੱਦਾਂ ਉਹਨਾਂ ਨੇ ਪਲਾਨ ਕੀਤਾ ਹੁੰਦਾ ਉੱਦਾਂ ਦਾ ਉੱਦਾਂ ਉਹ ਲਾ ਦਿੰਦੇ ਨੇ। ਜੀ ਜੀ, ਇਹ ਆ ਟੂਲ ਕਿਟ। ਹੁਣ ਇੱਥੇ ਵੀ ਸੇਮ ਉਹੀ ਟੂਲ ਕਿੱਟਾ ਵੀ ਜਿਵੇਂ ਤੁਸੀਂ ਦੱਸਿਆ ਕਿ ਉਹ ਸਾਰਾ ਹੈਸ਼ਟੈਗ ਕਦੋਂ ਵਰਤਣਾ, ਕਿੱਦਾਂ ਅਸੀਂ ਇਸ ਮੁਹਿੰਮ ਨੂੰ ਕਾਮਯਾਬ ਬਣਾਉਣਾ ਹੈ, ਇਹ ਸਾਰਾ ਪ੍ਰੋਗਰਾਮ ਉਲੀਕਿਆ ਗਿਆ ਸੀਗਾ। ਪਰ ਇੱਥੇ ਇਹੀ ਗੱਲ ਹੈ ਕਿ ਜਿਹੜਾ ਸਰਕਾਰ ਦੇ ਖਿਲਾਫ ਬੋਲਦਾ ਆ ਜਾਂ ਫਿਰ ਸਰਕਾਰ ਨੂੰ ਉਹ ਚੰਗਾ ਨਹੀਂ ਲੱਗਦਾ, ਜਾਂ ਫਿਰ ਇਹ ਕਹਿ ਲਓ ਕਿ ਉਹ ਹੱਕ ਲਈ ਬੋਲਦਾ ਹੈ, ਤੇ ਫਿਰ ਉਹ ਕੀ ਹੈ? ਦੇਸ਼ ਦਰੋਹੀ ਹੈ। ਜਾਂ ਫਿਰ ਉਹ ਕਨਸਪੀਰੈਂਸੀ ਕਰਦਾ ਨਜ਼ਰ ਆਉਂਦਾ ਜੀ, ਕਹਿੰਦੇ ਜੀ ਇਹ ਦੇਸ਼ ਦੇ ਖਿਲਾਫ ਹੈ, ਇਹ ਇਦਾਂ ਦੀਆਂ ਘਟਨਾ ਘਟਦਾ ਜਿਹਦੇ ਨਾਲ ਦੇਸ਼ 'ਚ ਫਿਰਕੂ ਭਾਵਨਾ ਪੈਦਾ ਹੋ ਜਾਊਗੀ। ਹੁਣ 3 ਲੋਕ ਫੜ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਆਪਾਂ ਕਹਿ ਲਿਆ ਕਿ এনवायरमेंटਲਿਸਟ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਬਹੁਤ ਛੋਟੀ ਉਮਰ ਦੀ ਹੈ, ਹਾਲਾਂਕਿ 22 ਸਾਲ ਉਮਰ ਹੈ ਉਹਦੀ, ਦਿਸ਼ਾ ਰਵੀ ਦੀ ਜਿਹੜੀ ਗੱਲ ਮੈਂ ਕਰ ਰਿਹਾ, ਉਹਨਾਂ ਨੂੰ ਬੈਂਗਲੁਰੂ ਤੋਂ ਫੜਿਆ ਜਾਂਦਾ ਹੈ। ਔਰ ਸਭ ਤੋਂ ਵੱਡੀ ਜਿਹੜੀ ਕੱਲ ਦਾ ਟਵੀਟ ਹੋ ਰਿਹਾ, ਬਹੁਤ ਸਾਰੇ ਲੋਕ ਗੱਲਾਂ ਕਰ ਰਹੇ ਨੇ ਕਿ ਉਹਨਾਂ ਨੂੰ ਜਦੋਂ ਫੜਿਆ ਗਿਆ ਤੇ ਸਭ ਤੋਂ ਵੱਡਾ ਜਿਹੜਾ ਇੱਕ ਕਹਿ ਲਓ ਕਿ ਮਨੁੱਖੀ ਅਧਿਕਾਰ ਦਾ ਹਨਨ ਹੋਇਆ। ਸਾਡੇ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਗੱਲ ਕਰੀਏ, ਆਰਟੀਕਲ 22 ਜਿਹੜਾ ਹੈ ਉਹ ਸਾਨੂੰ ਕਹਿੰਦਾ ਹੈ ਕਿ ਜਦੋਂ ਤੁਹਾਨੂੰ ਫੜ ਲਿਆ ਜਾਂਦਾ ਹੈ ਤੇ ਤੁਹਾਨੂੰ ਲਾਅ ਜਿਹੜਾ ਹੈ ਉਹ ਤੁਹਾਨੂੰ ਇੱਕ ਪ੍ਰੋਟੈਕਸ਼ਨ ਆਫ ਲਾਅ ਦਿੱਤੀ ਜਾਂਦੀ ਹੈ। ਔਰ ਉਹ ਪ੍ਰੋਟੈਕਸ਼ਨ ਆਫ ਲਾਅ ਦੇ ਵਿੱਚ ਤੁਸੀਂ ਆਪਣੀ ਚੋਇਸ ਦਾ ਕਾਉਂਸਲਰ ਜਿਹੜਾ ਹੈ ਉਹਨੂੰ ਲੈ ਸਕਦੇ ਹੋ, ਜਿਹਨੂੰ ਅਸੀਂ ਲਾਇਰ ਕਹਿੰਦੇ ਹਾਂ। ਕਹਿੰਦੇ ਕਿ ਇਸ ਕੁੜੀ ਦੇ ਨਾਲ ਜਿਹੜੀ ਦਿਸ਼ਾ ਰਵੀ ਹੈ ਉਹਨੂੰ ਇਹ ਪਹਿਲੀ ਗੱਲ ਹੈ ਦਿੱਤਾ ਨਹੀਂ ਉਹਨਾਂ ਨੇ, ਔਰ ਉਹਨਾਂ ਨੂੰ ਇਹ ਬਹੁਤ ਵੱਡਾ ਲੂਪ ਹੋਲ ਹੈ। ਜੇ ਬਿਲਕੁਲ ਸਾਬਤ ਹੁੰਦਾ ਹੈ ਕਿ ਕੱਲ੍ਹ ਉਹਨੂੰ ਨਹੀਂ ਮਿਲਿਆ ਤਾਂ ਫਿਰ ਇਹ ਕਨਸਟੀਟਿਊਸ਼ਨ ਦੇ ਨਾਲ ਖਿਲਾੜ ਹੈ। ਬੀਜੇਪੀ ਪਹਿਲਾਂ ਮੈਂ ਗੱਲ ਕਰਦਾ ਸੀ ਕਿ ਉਹ ਫੇਵਰੇਬਲ ਟਾਕ ਕਰਦੀ ਹੈ, ਹੁਣ ਉਹ ਫੇਵਰੇਬਲ ਐਕਸ਼ਨ ਵੀ ਕਰਨੇ ਸ਼ੁਰੂ ਕਰ ਦਿੱਤੇ ਕਿ ਬਈ ਆਪਣੀ ਮਨਪਸੰਦ ਦਾ ਜਿਹੜਾ ਸਾਡਾ ਇੱਕ ਅਧਿਕਾਰ ਹੈ ਸਾਡਾ, ਉਹਨੂੰ ਅਸੀਂ ਖਿੱਚ ਲੈਂਦੇ ਹਾਂ, ਅਸੀਂ ਆਪਦਾ ਬੰਦਾ ਲੈਂਦੇ ਹਾਂ ਤੇ ਫਿਰ ਅਸੀਂ ਮੈਜਿਸਟ੍ਰੇਟ ਅੱਗੇ ਪੇਸ਼ ਕਰ ਦਿੰਦੇ ਹਾਂ। ਤਾਂ ਇੱਕ ਬਹੁਤ ਵੱਡੀ ਕਹਾਣ ਹੈ। ਦੇਖੋ, ਜੇ ਅਸੀਂ ਹਿਸਟਰੀ ਦੀ ਝਾਕ ਮਾਰ ਲਈਏ, ਮੁੰਬਈ ਅਟੈਕ ਹੁੰਦਾ ਆ 2008 ਦੇ ਵਿੱਚ,
ਐਡਾ ਵੱਡਾ ਕਾਂਡ ਹੁੰਦਾ ਆ ਤੇ ਉਹਦਾ ਜਿਹੜਾ ਦੋਸ਼ੀ ਸੀਗਾ ਅਜਮਲ ਕਸਾਬ, ਉਹਨੂੰ ਤਾਂ ਉਦੋਂ ਗੋਲੀ ਮਾਰ ਦੇਣੀ ਚਾਹੀਦੀ ਸੀ। ਅਸੀਂ ਉਹਨੂੰ ਗੋਲੀ ਨਹੀਂ ਮਾਰੀ, ਅਸੀਂ ਆਰਟੀਕਲ 22 ਦਾ ਜਿਹੜਾ ਇੱਕ ਪੂਰੀ ਤਰ੍ਹਾਂ ਪ੍ਰਿਵਿਲੇਜ ਦਿੱਤਾ ਉਹਨੂੰ। ਇਹ ਸਾਬਤ ਕਰਨਾ ਚਾਹੁੰਦੇ ਸੀ ਕਿ ਅਸੀਂ ਉਹ ਮੁਲਕ ਹਾਂ ਜਿੱਥੇ ਮਨੁੱਖੀ ਅਧਿਕਾਰ ਪਹਿਲ ਦੇ ਉੱਤੇ ਨੇ। ਮੈਂ ਜਦੋਂ ਅਮਰੀਕਾ ਦੀ ਗੱਲ ਕਰਦਾ, ਮੈਂ ਕੈਨੇਡਾ ਦੀ ਗੱਲ ਕਰਦਾ, ਤੇ ਉੱਥੇ ਬੜੇ ਵੱਡੇ ਲੋਕ ਜਿਹੜੇ ਨੇ, ਜਿਹੜੇ ਉਹਨਾਂ ਨੇ ਬੜੇ ਵੱਡੇ ਕ੍ਰਾਈਮ ਕੀਤੇ ਨੇ ਨਾ, ਉਹ ਛੁੱਟ ਜਾਂਦੇ ਨੇ ਜੀ। ਕਈ ਵਾਰ ਦੂਸਰੀ ਹੀਅਰਿੰਗ ਤੇ ਛੁੱਟ ਜਾਂਦੇ, ਕਈ ਵਾਰ ਤੀਸਰੀ ਹੀਅਰਿੰਗ ਤੇ ਛੁੱਟ ਜਾਂਦੇ ਆ। ਰੀਜ਼ਨ ਪਤਾ ਕੀ ਹੁੰਦਾ? ਜਦੋਂ ਉਹਨਾਂ ਨੂੰ ਫੜਿਆ ਜਾਂਦਾ ਹੈ ਤੇ ਉਹਨਾਂ ਦੇ ਮਨੁੱਖੀ ਅਧਿਕਾਰ 'ਚ ਹਨਨ ਹੋਣ ਨਾ, ਤੇ ਉਹ ਅਪੀਲ ਕਰ ਦਿੰਦੇ ਵੀ ਭਾਈ ਸਾਡੇ ਮਨੁੱਖੀ ਅਧਿਕਾਰ ਇਹਨਾਂ ਨੇ ਲਿੱਤੇ ਆ। ਤੇ ਇੱਥੇ ਤਾਂ ਆਏ ਦਿਨ ਮਨੁੱਖੀ ਅਧਿਕਾਰ ਸਾਡੇ ਖੋਹ ਹੁੰਦੇ ਨੇ। ਜੇ ਅਜਮਲ ਕਸਾਬ ਨੂੰ ਅਸੀਂ ਪੂਰੀਆਂ ਸੁੱਖ ਸੁਵਿਧਾਵਾਂ ਦੇ ਸਕਦੇ ਹਾਂ, ਇਹ ਤਾਂ ਛੋਟੀ ਜੀ ਬੱਚੀ ਆ। ਸਾਡੇ ਇਹਦੇ ਕੋਲੇ ਤਾਂ ਕੋਈ ਹਥਿਆਰ ਵੀ ਨਹੀਂ ਸੀ। ਜਦੋਂ ਇਦਾਂ ਲਸ਼ਕਰ ਧਾਮ ਲੈ ਕੇ ਤੁਸੀਂ ਉਹਨੂੰ ਫੜਨ ਚਲੇ ਜਾਂਦੇ ਹੋ, ਉਹਦੀ ਮੰਮੀ ਕੱਲੀ ਘਰ 'ਚ ਆ ਤੇ ਉਹ ਕੁੜੀ ਕੱਲੀ ਘਰ 'ਚ ਆ, ਤੁਹਾਨੂੰ ਉਹ ਨਿਹੱਤੇ ਨਿਆਣੇ ਤੋਂ ਕੀ ਜਿਹੜਾ ਹੈ ਕਹਿ ਲਈਏ ਕਿ ਕੀ ਨੁਕਸਾਨ ਹੈ, ਕੀ ਡਰ ਹੈ? ਇਦਾਂ ਸਿੱਖਿਆ ਜਾਂਦਾ ਕਿ ਉਹਦੇ ਨਾਲ ਪਰਮਾਣੂ ਬੰਬ ਲੱਗਾ ਹੋਇਆ, ਜਾਂ ਕਹਿ ਲਿਓ ਕਿ ਉਹ ਸੁਸਾਈਡ ਬੰਬਰ ਆ ਜਿਹਦੇ ਨਾਲ ਸਾਨੂੰ ਇੰਨਾ ਡਰ ਆ। ਇਹ ਸਾਡਾ ਮੀਡੀਆ ਹੈ ਕਹਿ ਲਓ, ਜਾਂ ਸਾਡੀ ਸਰਕਾਰ ਕਹਿ ਲਓ, ਕਿ ਇੱਕ ਪ੍ਰੋਪੇਗੈਂਡਾ ਤਹਿਤ ਇਹ ਸਭ ਕੁਝ ਜਿਹੜਾ ਹੈ ਵਿਛਾ ਰਹੀ ਹੈ, ਇੱਕ ਜਾਲ ਵਿਛਾ ਰਹੀ ਹੈ। ਇਹਨਾਂ ਨੂੰ ਲੱਗਦਾ ਕਿ ਇਸ ਜਾਲ ਦੇ ਕਿਸੇ ਕੋਨੇ ਦੇ ਵਿੱਚ ਕੋਈ ਵੀ ਕਿਸਾਨ ਅੰਦੋਲਨ ਫਸ ਜਾਵੇ, ਜਾਂ ਉਹ ਬੁੱਧੀਜੀਵੀ ਫਸ ਜਾਵੇ ਜਿਹੜਾ ਸਾਡੇ ਖਿਲਾਫ ਬੋਲ ਰਿਹਾ। ਖੈਰ ਸਾਹਿਬ, ਇੱਥੇ ਦੋ ਗੱਲਾਂ ਰੈਗੂਲਰ ਬਰਾਬਰ ਚੱਲ ਰਹੀਆਂ ਨੇ। ਇੱਕ ਹੈ ਕਿ ਚੋਰ ਕੀ ਦਾੜੀ ਮੈਂ ਤਿਨਕਾ, ਉਹਨਾਂ ਨੂੰ ਡਰ ਹੀ ਬੜਾ ਲੱਗ ਰਿਹਾ ਹੈ ਕਿ ਬਈ ਸਾਡੇ ਲੋਕੀ ਜਿਹੜੇ ਖਿਲਾਫ ਨੇ, ਸਾਡੇ ਖਿਲਾਫ ਹੋ ਰਹੇ ਨੇ, ਸਾਡੇ ਖਿਲਾਫ ਆਵਾਜ਼ਾਂ ਚੱਕ ਰਹੇ ਨੇ, ਸੋ ਉਹਨਾਂ ਦੀ ਆਵਾਜ਼ ਨਾ ਚੁੱਕਣ ਦਿਓ। ਦੂਜੇ ਪਾਸੇ ਕਿਸਾਨੀ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੁਸੀਂ ਨਾਮ ਲਿਆ ਦਿਸ਼ਾ ਰਵੀ ਦਾ, ਇਸ ਤੋਂ ਇਲਾਵਾ ਜੈਕਬ ਦਾ ਉਹਨਾਂ ਦਾ ਨਾਮ ਲਵਾ, ਜਾਂ ਸ਼ਾਂਤਨੂ ਦਾ ਨਾਮ ਲਵਾ। ਸੋ ਤਿੰਨਾਂ ਨੂੰ ਸੇਮ ਹੀ ਐਕਟ ਦੇ ਤਹਿਤ ਹੀ ਕਹਿ ਲਈਏ, ਜਾਂ ਤਿੰਨਾਂ ਨੂੰ ਸੇਮ ਪਲੈਨਿੰਗ ਦਾ ਹਿੱਸਾ ਦੱਸਿਆ ਜਾ ਰਿਹਾ ਹੈ, ਤੇ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਚੱਲ ਰਹੀ ਹੈ। ਸੋ ਜੈਕਬ ਦੀ ਅੱਜ ਹਾਈ ਕੋਰਟ ਦੇ ਵਿੱਚ ਅਗਾਊ ਜ਼ਮਾਨਤ ਦੀ ਪਟੀਸ਼ਨ ਦੇ ਲਈ ਉਹਨਾਂ ਦੀ ਜਿਹੜੀ ਸੁਣਵਾਈ ਹੈ ਉਹ ਅੱਜ ਹੋਵੇਗੀ। ਸੋ ਮਤਲਬ ਕਹਿਣ ਦਾ ਮਤਲਬ ਕਿ ਸਰਕਾਰ ਜਿਹੜੀ ਹੈ ਉਹ ਇੱਕ ਪਾਸੇ ਤਾਂ ਪੂਰੇ ਕਿਸਾਨੀ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਦੂਜੇ ਪਾਸੇ ਜਿਹੜਾ ਵੀ ਬੰਦਾ ਉਹਨਾਂ ਦੇ ਖਿਲਾਫ ਆਵਾਜ਼ ਚੁੱਕਣ ਦੀ ਕੋਸ਼ਿਸ਼ ਵੀ ਕਰ ਰਿਹਾ, ਉਹਨਾਂ ਨੂੰ ਦਬਾ ਰਹੀ ਹੈ, ਉਹਨਾਂ ਦਾ ਮੂੰਹ ਬੰਦ ਕੀਤਾ ਜਾ ਰਿਹਾ, ਉਹਨਾਂ ਦੇ ਉੱਪਰ ਵੱਡੀਆਂ ਜਿਹੜੀਆਂ ਧਾਰਾਵਾਂ ਨੇ ਉਹ ਲਗਾਈਆਂ ਜਾ ਰਹੀਆਂ ਨੇ। ਸੋ ਜਦੋਂ ਦਿਸ਼ਾ ਰਵੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਂਦਾ ਹੈ, ਉਹ ਉੱਥੇ ਰੋ ਪੈਂਦੇ ਨੇ। ਤੁਸੀਂ ਹੁਣ ਜ਼ਿਕਰ ਕੀਤਾ ਕਿ ਉਹਨਾਂ ਦਾ ਜਿਹੜਾ ਵਕੀਲ ਸੀਗਾ ਉਹਨਾਂ ਨੂੰ ਮੁਹੱਈਆ ਨਹੀਂ ਕਰਵਾਇਆ ਗਿਆ। ਇੱਕ ਮਾਤਰ ਖਾਨਾ ਪੂਰਤੀ ਤੇ ਇੱਕ ਸਰਕਾਰੀ ਵਕੀਲ ਉਹਦੇ ਨਾਲ ਖੜਾ ਕਰ ਦਿੱਤਾ ਕਿ ਚਲੋ ਕੋਈ ਨਾ ਕੋਈ ਤਾਂ ਹੈ, ਕਿਉਂਕਿ ਕੱਲ ਨੂੰ ਬਹੁਤ ਵੱਡਾ ਇਹਨਾਂ ਦੇ ਉੱਪਰ ਹੀ ਐਕਸ਼ਨ ਲਿਆ ਜਾ ਸਕਦਾ ਸੀਗਾ। ਸੋ ਬਾਕੀ ਜਿਹੜਾ ਮੀਡੀਆ ਸੀਗਾ ਉਹਨਾਂ ਨੇ ਵੀ ਦੱਸਿਆ ਕਿ ਉਹ ਕੁੜੀ ਉੱਥੇ ਰੋਣ ਲੱਗ ਪਈ ਕਿ ਮੈਂ ਕੁਝ ਵੀ ਅਜਿਹਾ ਨਹੀਂ ਕੀਤਾ, ਮੈਂ ਸਿਰਫ ਤੇ ਸਿਰਫ ਕਿਸਾਨਾਂ ਦੀ ਸਪੋਰਟ ਕਰ ਰਿਹਾ, ਕਿਉਂਕਿ ਅੰਨਦਾਤਾ ਨੂੰ ਦੇਖ ਕੇ ਕਹਿੰਦੇ ਸਾਨੂੰ ਬੜਾ ਰੋਣਾ ਆ ਰਿਹਾ ਕਿ ਕਿਵੇਂ ਉਹਨੀਆਂ ਠੰਡਾਂ ਦੇ ਵਿੱਚ, ਇਹੋ ਜਿਹੇ ਮੌਸਮ ਦੇ ਵਿੱਚ ਹੁਣ ਉੱਥੇ ਬੈਠੇ ਰਹੇ। 250 ਤੋਂ ਵੱਧ ਜਿਹੜੇ ਕਿਸਾਨ ਨੇ ਉਹ ਸ਼ਹੀਦ ਹੋ ਚੁੱਕੇ ਨੇ। ਸੋ ਕਹਿੰਦੇ ਮੈਂ ਉਹਨਾਂ ਲਈ ਉਹਨਾਂ ਦੇ ਕੰਪੇਨ ਦਾ ਜਸਟ ਹਿੱਸਾ ਬਣੀ ਹਾਂ, ਤੇ ਉਹਨਾਂ ਨੇ ਸਾਫ਼ ਕਿਹਾ ਕਿ ਮੈਂ ਸਿਰਫ 2 ਲਾਈਨਾਂ ਜਿਹੜੀਆਂ ਨੇ ਉਹ ਐਡਿਟ ਕੀਤੀਆਂ। ਉਹ 2 ਲਾਈਨਾਂ ਕਿਹੜੀਆਂ ਸੀ ਖਹਿਰਾ ਸਾਹਿਬ? ਆਹੀ ਸੀਗਾ ਕਿ ਜਿਹੜਾ ਪਲਾਨ ਹੈ ਉਹ ਕਿਵੇਂ ਚੱਲੇਗਾ, ਕਿਵੇਂ ਸਕਸੈਸਫੁਲ ਹੋ ਸਕਦਾ ਹੈ। ਜਿਵੇਂ ਤੁਸੀਂ ਗੱਲ ਕੀਤੀ ਕਿ ਜਿਵੇਂ ਇੱਕ ਕੋਈ ਵੀ ਵਿਆਹ ਦੀ ਪਲੈਨਿੰਗ ਕਰਦੇ ਆ ਕਿ ਇੱਥੇ ਕੋਈ ਕਮੀ ਨਾ ਰਹਿ ਜਾਵੇ, ਇੱਥੇ ਆਹ ਚੀਜ਼ ਇੱਦਾਂ ਹੀ। ਹੁਣ ਇੱਦਾਂ ਵੀ ਕੋਈ ਵੀ ਚੀਜ਼ ਨੂੰ, ਕਿਸੇ ਵੀ ਈਵੈਂਟ ਨੂੰ ਅਗਰ ਸਕਸੈਸਫੁਲ ਕਰਨਾ ਤਾਂ ਪਹਿਲਾਂ ਪ੍ਰੀ ਪਲੈਨਿੰਗ ਕੀਤੀ ਜਾਏਗੀ, ਜਿਸ ਨੂੰ ਟੂਲ ਕਿਟ ਕਿਹਾ ਜਾ ਸਕਦਾ। ਪਰ ਜਿਵੇਂ ਤੁਸੀਂ ਬੜਾ ਵਧੀਆ ਐਗਜ਼ਾਮਪਲ ਦਿੱਤੀ ਕਿ ਸਰਕਾਰਾਂ ਇਸ ਨੂੰ ਬੰਬ ਦੇ ਵਾਂਗੂ ਸਮਝ ਰਹੀਆਂ ਕਿ ਬਈ ਇੱਥੇ ਬੰਬ ਪਲਾਨ ਕੀਤਾ ਜਾ ਰਿਹਾ ਸੀਗਾ ਜੋ ਕਿ ਦੇਸ਼ ਵਿੱਚ ਨੁਕਸਾਨ ਦੇ ਸਕਦਾ ਸੀਗਾ। ਭਲਾ ਕਾਹਦਾ ਨੁਕਸਾਨ? ਹੁਣ ਉਹਨਾਂ ਦੇ ਅਕੋਰਡਿੰਗ ਦਿੱਲੀ ਸਪੈਸ਼ਲ ਜਿਹੜਾ ਆਈਟੀ ਸੈੱਲ ਹੈ ਉਹਨਾਂ ਦੇ ਅਕੋਰਡਿੰਗ ਜੀ ਦੇਸ਼ ਵਿੱਚ ਹਿੰਸਾ ਲਿਆਉਣ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ ਸੀਗੀ। ਪਰ ਹਰ ਇੱਕ ਨੂੰ ਪਤਾ ਕਿ ਕਿਸਾਨੀ ਅੰਦੋਲਨ ਜੋ ਕਿ ਪਿਛਲੇ ਤਕਰੀਬਨ 3 ਮਹੀਨਿਆਂ ਤੋਂ ਬੜੇ ਸ਼ਾਂਤੀਪੂਰਵਕ ਚੱਲ ਰਿਹਾ ਹੈ, ਦੁਨੀਆ ਦਾ ਸਭ ਤੋਂ ਵੱਡਾ ਸ਼ਾਂਤੀਪੂਰਵਕ ਅੰਦੋਲਨ ਚੱਲ ਰਿਹਾ, ਉਹਨਾਂ ਨੂੰ ਵੀ ਪਤਾ ਹੈ, ਨਿੱਕੇ ਨਿੱਕੇ ਬੱਚੇ ਨੂੰ ਵੀ ਪਤਾ ਹੈ ਕਿ ਅਗਰ ਹਲਕੀ ਜਿਹੀ ਵੀ ਹਿੰਸਾ ਹੋ ਜਾਂਦੀ ਹੈ ਤਾਂ ਹਰ ਇੱਕ ਨੂੰ ਉਂਗਲ ਚੱਕਣ ਦਾ ਮੌਕਾ ਮਿਲ ਜਾਏਗਾ। ਸੋ ਉਹਨਾਂ ਦੀ ਪਲੈਨਿੰਗ ਦਾ ਬਿਲਕੁਲ ਵੀ ਹਿੱਸਾ ਨਹੀਂ ਹੋ ਸਕਦਾ ਜਿਹੜੇ ਬੇਬੁਨਿਆਦ ਜਿਹੜੇ ਆਰੋਪ ਲਗਾਏ ਜਾ ਰਹੇ ਨੇ ਕਿ ਉਹ ਹਿੰਸਾ ਦੀ ਪਲੈਨਿੰਗ ਕਰ ਰਹੇ ਸਨ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਅਗਰ ਬਾਈ ਚਾਂਸ ਅਗਰ ਥੋੜੀ ਜਿਹੀ ਵੀ ਹਿੰਸਾ ਹੁੰਦੀ ਖਹਿਰਾ ਸਾਹਿਬ ਕਿ ਉਹਨਾਂ ਦਾ ਅੰਦੋਲਨ ਤਾਂ ਖਰਾਬ ਹੋ ਜਾਏਗਾ, ਬਦਨਾਮੀ ਹੋ ਜਾਏਗੀ, ਤੇ ਉਹਨਾਂ ਨੂੰ ਜਿਹੜੇ ਹੱਕ ਜਿਹੜੇ ਉਹ ਲੈਣ ਨੂੰ ਬੈਠੇ ਹੋਏ ਨੇ ਉਹਨਾਂ ਨੂੰ ਕਦੀ ਮਿਲੇਗਾ ਨਹੀਂ। ਸੁਪਰੀਮ ਕੋਰਟ ਜੋ ਹਜੇ ਤੱਕ ਉਹਨਾਂ ਦੇ ਖਿਲਾਫ ਕੋਈ ਬੋਲ ਨਹੀਂ ਪਾਇਆ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸ਼ਾਂਤੀਪੂਰਵਕ ਅੰਦੋਲਨ ਕਰਨਾ ਹਰ ਇੱਕ ਦਾ ਹੱਕ ਹੈ। ਸੋ ਬਾਕੀ ਅਗਰ ਹਿੰਸਾ ਹੋ ਜਾਂਦੀ ਤਾਂ ਸੁਪਰੀਮ ਕੋਰਟ ਨੂੰ ਵੀ ਬੋਲਣਾ ਪਏਗਾ, ਜਿਹੜਾ ਆਮ ਵਿਅਕਤੀ ਉਹ ਵੀ ਬੋਲੇਗਾ। ਸੋ ਹਿੰਸਾ ਦਾ ਜਿਹੜਾ ਨਜਾਇਜ਼ ਜਿਹੜਾ ਆਰੋਪ ਲਗਾਇਆ ਜਾ ਰਿਹਾ ਹੈ, ਦਿੱਲੀ ਪੁਲਿਸ ਕਹਿ ਲਈਏ ਜਾਂ ਫਿਰ ਸਾਡੀ ਭਾਰਤ ਸਰਕਾਰ ਕਹਿ ਲਈਏ, ਉਹ ਬੇਬੁਨਿਆਦ ਹੈ। ਜਸਟ ਸਿਰਫ ਪੂਰੇ ਅੰਦੋਲਨ ਨੂੰ ਖਰਾਬ ਬਦਨਾਮ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਲਗਾਤਾਰ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਕਿਸਾਨੀ ਆਗੂਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਵੀ ਬੜਾ ਇਤਰਾਜ਼ ਕੀਤਾ ਹੈ ਕਿ ਜੋ ਹੋ ਰਿਹਾ ਬੜਾ ਗਲਤ ਹੋ ਰਿਹਾ। ਸੋ ਉਹਨਾਂ ਨੇ ਵੀ ਕਿਹਾ ਹੈ ਕਿ ਜਿਹੜੇ ਮਨੁੱਖੀ ਅਧਿਕਾਰਾਂ ਦੀ ਜਿਹੜੀ ਖਣਨ ਲਗਾਤਾਰ ਭਾਰਤ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਉਹ ਬੜੀ ਮੰਦਭਾਗੀ ਹੈ। ਦੇਖੋ, ਮਨੁੱਖੀ ਅਧਿਕਾਰ ਤਾਂ ਸ਼ਾਇਦ ਇੱਥੇ ਇੱਕ ਨਾਂ ਰਹਿ ਗਏ ਨੇ। ਜਦੋਂ ਅਸੀਂ ਗੱਲ ਕਰਦੇ ਹਾਂ ਜੰਮੂ ਕਸ਼ਮੀਰ ਦੀ, ਜਦੋਂ ਅਸੀਂ ਗੱਲ ਕਰਦੇ ਹਾਂ ਹੁਣ ਪੰਜਾਬੀ ਜਿਹੜੇ ਉੱਥੇ ਕਿਸਾਨ ਬੈਠੇ ਨੇ, ਚਾਹੇ ਉਹ ਹਰਿਆਣੇ ਦੇ ਨੇ, ਚਾਹੇ ਉਹ ਰਾਜਸਥਾਨ ਦੇ ਨੇ, ਚਾਹੇ ਯੂਪੀ ਦੇ ਨੇ, ਤਾਂ ਇੱਦਾਂ ਲੱਗਦਾ ਕਿ ਮਨੁੱਖੀ ਅਧਿਕਾਰ ਇੱਥੇ ਹੈ ਹੀ ਨਹੀਂ। ਯੂਪੀ ਦੇ ਵਿੱਚ ਅਸੀਂ ਦੇਖਿਆ ਸੀ ਕਿ ਰਾਤੋਂ ਰਾਤ ਸਿਵਾ ਬਾਲ ਦਿੱਤਾ ਉਹਨੂੰ, ਉਹਦਾ ਲਾਸਟ ਰਾਈਟ ਜਿਹੜਾ ਹੈ ਉਹ ਵੀ ਸਤਿਕਾਰਮਈ ਜਿਹੜਾ ਨਹੀਂ ਮਿਲਦਾ, ਤੇ ਫਿਰ ਮਨੁੱਖੀ ਅਧਿਕਾਰ ਤਾਂ ਇੱਥੇ ਰਹਿ ਨਹੀਂ ਜਾਂਦੇ।
ਦੂਸਰੇ ਬੰਨੇ ਜਦੋਂ ਆਪਾਂ ਹੁਣ ਕਨਸਟੀਟਿਊਸ਼ਨ ਦੀ ਗੱਲ ਹੀ ਕਰਦੇ ਹਾਂ ਤੇ ਕਨਸਟੀਟਿਊਸ਼ਨ ਦਾ ਆਰਟੀਕਲ 21 ਜਿਹੜਾ ਹੈ ਉਹ ਇੱਕ ਸਟੈਂਡਰਡ ਆਫ ਲਾਈਫ, ਇੱਕ ਡਿਗਨਿਟੀ ਆਫ ਲਾਈਫ, ਜਿਹਨੂੰ ਅਸੀਂ ਕਹਿੰਦੇ ਆ ਕਿ ਸਿਕਿਉਰਿਟੀ ਆਫ ਲਾਈਫ ਦਿੰਦਾ ਹੈ। ਜੀ ਉਦੋਂ ਤੱਕ ਜਦੋਂ ਤੱਕ ਤੁਸੀਂ ਦੇਸ਼ ਧਰੋਹ ਜਾਂ ਕੁਛ ਇਦਾਂ ਦੀ ਗੱਲਾਂ ਨਹੀਂ ਕਰ ਰਹੇ, ਤੁਹਾਨੂੰ ਇੱਕ ਕਹਿ ਲਓ ਕਿ ਬਹੁਤ ਸੋਹਣਾ ਇੱਕ ਜ਼ਿੰਦਗੀ ਦਾ ਗੁਲਦਸਤਾ ਉਸ ਆਰਟੀਕਲ ਦੇ ਵਿੱਚ ਮਿਲਦਾ ਹੈ। ਪਰ ਇੱਥੇ ਦੇਖ ਲਓ ਕਿ ਉਹ ਛੋਟੀ ਜਿਹੀ ਬੱਚੀ ਜਿਹਨੂੰ ਅਸੀਂ 22 ਸਾਲਾਂ ਦੇ ਕਹਿ ਰਹੇ, ਹਲੇ ਕੀ ਉਮਰ ਹੈ, ਕੁਝ ਵੀ ਨਹੀਂ ਹੈ, ਜੀ ਤੇ ਉਹਦਾ ਮਨੁੱਖੀ ਅਧਿਕਾਰ ਨਹੀਂ ਹੈ, ਉਹਨੂੰ ਉਹਦੀ ਚੋਇਸ ਦਾ ਕਾਉਂਸਲ ਨਹੀਂ ਚਾਹੀਦਾ। ਇਹ ਕਿਤੇ ਨਾ ਕਿਤੇ ਸਰਕਾਰਾਂ ਜਿਹੜੀਆਂ ਨੇ ਇੱਕ ਮਿੱਥੇ ਹੋਏ ਪ੍ਰੋਪੇਗੰਡੇ ਤਹਿਤ ਵੱਖਰੇ ਵੱਖਰੇ ਕੰਮ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ। ਦੂਸਰੀ ਤੁਸੀਂ ਨਿਤਿਕਾ ਜੈਕਬ ਦੀ ਗੱਲ ਕੀਤੀ ਹੈ, ਤੇ ਨਿਤਿਕਾ ਜੈਕਬ ਦਾ ਜਿਹੜਾ ਵਕੀਲ ਹੈ ਉਹ ਲਗਾਤਾਰ ਕਹਿ ਰਿਹਾ ਕਿ ਨਿਤਿਕਾ ਜੈਕਬ ਕਿੱਥੇ ਭੱਜੀ ਤੁਹਾਡੇ ਕੋਲੋਂ, ਤੁਸੀਂ ਦਿਖਾਓ ਤਾਂ ਸਹੀ ਨਿਤਿਕਾ ਜੈਕਬ ਕਿੱਥੇ ਭੱਜੀ ਆ। ਨਿਤਿਕਾ ਜੈਕਬ ਤਾਂ ਲਗਾਤਾਰ ਕੋਆਪਰੇਟ ਕਰ ਰਹੀ ਹੈ, ਲਗਾਤਾਰ ਕੋਆਪਰੇਟ ਕਰ ਰਹੀ ਹੈ। ਉਸ ਤੋਂ ਬਾਅਦ ਵੀ ਤੁਸੀਂ ਕਹਿੰਦੇ ਹੋ ਕਿ ਉਹ ਫਰਾਰ ਹੈ, ਤਾਂ ਫਿਰ ਤੇ ਬਹੁਤ ਵੱਡੀ ਗਲਤ ਹੈ ਨਾ। ਇਹ ਸਰਕਾਰ ਕਹਿ ਲਓ ਮੀਡੀਆ ਦੇ ਨਾਲ ਮਿਲ ਕੇ ਇੱਕ ਵੱਖਰੀ ਜੰਗ ਛੇੜੀ ਹੋਈ ਹੈ ਇਹਨਾਂ ਨੇ। ਏਦਾਂ ਲੱਗਦਾ ਹੈ ਕਿ ਇੱਕ ਬੰਨੇ ਤਾਂ ਸੱਚ ਦੀ ਜੰਗ ਹੈ ਜਾਂ ਅੰਦਰਲੀਆਂ ਕੋਈ ਜੰਗਾਂ ਨੇ, ਦੂਸਰੇ ਬੰਨੇ ਅੱਜਕੱਲ ਮੀਡੀਆ ਤੋਂ ਬਚਣਾ, ਜਿਹੜਾ ਜਿਹਨੂੰ ਅਸੀਂ ਨੈਸ਼ਨਲ ਮੀਡੀਆ ਜਾਂ ਗੋਦੀ ਮੀਡੀਆ ਕਹਿੰਦੇ ਆ, ਉਹਨਾਂ ਤੋਂ ਬਚਣ ਲਈ ਵੀ ਇੱਕ ਬਹੁਤ ਵੱਡੀ ਜੰਗ ਜਿਹੜੀ ਹੈ ਉਹ ਸਾਨੂੰ ਵਿੰਡਣੀ ਪੈਣੀ ਹੈ। ਜਿੱਦਾਂ ਕਿਸਾਨੀ ਅੰਦੋਲਨ ਹੈ, ਕਾਲੇ ਕਾਨੂੰਨਾਂ ਨੂੰ ਜਿਹੜਾ ਹੈ ਸਕ੍ਰੈਪ ਕਰਨ ਲਈ ਅਸੀਂ ਕਰ ਰਹੇ ਹਾਂ, ਦੂਸਰੇ ਬੰਨੇ ਸਾਨੂੰ ਇਹ ਜਿਹੜਾ ਮੀਡੀਆ ਇਹਨੂੰ ਨੱਥ ਪਾਉਣ ਦੇ ਲਈ ਵੀ ਕੁਛ ਨਾ ਕੁਛ ਕਰਨਾ ਪੈਣਾ ਹੀ ਹੈ। ਜੇ ਕਹੀਏ ਕਿ ਭਾਰਤ ਦੇ ਅੱਗੇ ਕਿਹੜੀਆਂ ਮੁੱਖ ਜਿਹੜੀਆਂ ਕਹਿ ਲਓ ਕਿ ਸਮੱਸਿਆਵਾਂ ਦਰਪੇਸ਼ ਨੇ, ਮੈਨੂੰ ਲੱਗਦਾ ਮੀਡੀਆ ਜਿਹੜਾ ਹੈ ਸਭ ਤੋਂ ਉੱਪਰ ਹੈ, ਜਿਹਦੇ ਵਿੱਚ ਤੁਸੀਂ ਟੌਪ ਮੋਸਟ ਤੇ ਕਹਿ ਦਿੰਦੇ ਕਿ ਮੀਡੀਆ ਸਭ ਤੋਂ ਉੱਪਰ ਹੈ। ਦੂਸਰੇ ਬੰਨੇ ਅੱਜ ਹੀ ਜਦੋਂ ਮੈਂ ਵੱਖਰੇ ਵੱਖਰੇ ਕਾਰਕੁਨਾਂ ਦੀ ਸਟੇਟਮੈਂਟ ਦੇਖਦਾ ਤੇ ਮੈਨੂੰ ਯਾਦ ਨਹੀਂ ਹੁਣ ਕਿ ਮੈਂ ਟਵਿੱਟਰ ਤੇ ਇੱਕ ਸਟੇਟਮੈਂਟ ਪੜ੍ਹ ਰਿਹਾ ਸੀਗਾ, ਕਹਿੰਦੇ ਕਿ ਭਾਰਤ ਅਜਿਹਾ ਮੁਲਕ ਹੈ ਜਿੱਥੇ ਤੁਸੀਂ ਕਹਿੰਦੇ ਹੋ ਕਿ ਅਸੀਂ ਆਜ਼ਾਦ ਹੋ ਗਏ ਹਾਂ, ਪਰ ਤੁਸੀਂ ਕਿੱਥੋਂ ਆਜ਼ਾਦ ਹੋ ਗਏ ਆ? ਨਾ ਤਾਂ ਤੁਸੀਂ ਕਦੀ ਖੁੱਲ੍ਹ ਕੇ ਪਿਆਰ ਕਰ ਸਕਦੇ ਹੋ, ਜੇ ਤੁਹਾਨੂੰ ਕੋਈ ਪਸੰਦ ਆ ਜਾਂਦਾ ਤਾਂ ਤੁਹਾਡੇ ਤੇ ਲਵ ਜਿਹਾਦ ਵੀ ਲੱਗ ਸਕਦਾ ਹੈ। ਨਾ ਤੁਸੀਂ ਆਪਦੀ ਮਰਜ਼ੀ ਦੀ ਜਿਹੜੀ ਹੈ ਧਰਮ ਅਪਣਾ ਸਕਦੇ ਹੋ, ਅੱਜ ਕੱਲ ਉਹ ਵੀ ਬਹੁਤ ਹੋ ਗਿਆ। ਨਾ ਤੁਸੀਂ ਆਪਦੀ ਮਰਜ਼ੀ ਦਾ ਖਾਣਾ ਖਾ ਸਕਦੇ ਹੋ, ਕਿਉਂਕਿ ਉਹ ਕਹਿੰਦੇ ਜੀ ਤੁਸੀਂ ਆਹ ਖਾਣਾ ਤਾਂ ਸਾਡੇ ਮੁਲਕ 'ਚ ਮਨਾ ਆ। ਨਾ ਤੁਸੀਂ ਕਹਿੰਦੇ ਕਿਤੇ ਖੁੱਲ੍ਹ ਕੇ ਕਿਸੇ ਨੂੰ ਜੱਫੀ ਪਾ ਕੇ ਮਿਲ ਸਕਦੇ ਹੋ, ਕਿਉਂਕਿ ਉਹ ਵੀ ਕਹਿੰਦੇ ਜੀ ਸੰਸਕ੍ਰਿਤੀ ਦੇ ਖਿਲਾਫ ਹੈ। ਸੋ ਭਾਰਤ ਦੇ ਵਿੱਚ ਇਦਾਂ ਦੀਆਂ ਗੱਲਾਂ ਜਿਹੜੇ ਅਸਲ ਮੁੱਦਿਆਂ ਤੋਂ ਹਟ ਕੇ, ਜਿੱਥੇ ਅਸੀਂ ਪ੍ਰੋਗਰੈਸਿਵ ਮੁੱਦੇ ਦੀ ਗੱਲ ਕਰਦੇ ਹਾਂ, ਐਮਰਜਿੰਗ ਇਕਨੋਮੀ ਦੀ ਗੱਲ ਕਰਦੇ ਹਾਂ, ਅਸੀਂ ਉਹਨਾਂ ਤੋਂ ਹਟ ਕੇ ਅਸੀਂ ਰੋਜ਼ਗਾਰ ਦੀ ਨਹੀਂ ਗੱਲ ਕਰਦੇ, ਅਸੀਂ ਇਹ ਨਹੀਂ ਗੱਲ ਕਰਦੇ ਕਿ ਹੁਣ ਬੱਚਾ +2 ਚ ਹੋ ਗਿਆ ਅਸੀਂ ਉਹਨੂੰ ਕੀ ਕਰਨਾ ਹੈ। ਇੱਥੇ ਅਜੇ ਵੀ ਜਿਹੜੇ ਸਾਡੇ ਜਵਾਕ ਨੇ, ਸਾਡੇ ਜਾਂ ਘਰ ਦੇ ਕਹਿ ਲਓ ਕਿ ਇੰਨੇ ਫਿਕਰਮੰਦ ਹੁੰਦੇ ਨੇ, ਉਹ ਪਤਾ ਕੀ ਕਹਿੰਦੇ ਨੇ ਵੀ ਕੁੜੀ ਨੇ +2 ਕਰ ਲਈ ਆ, ਇਹਦਾ ਹੁਣ ਚੰਗਾ ਜਿਹਾ ਰਿਸ਼ਤਾ ਤੋੜਦੇ ਆ। ਬਹੁਤ ਤਾਤ ਇਦਾਂ ਦੀ ਆ, ਕਿਉਂਕਿ ਅਸੀਂ ਕਦੇ ਨਹੀਂ ਦੇਖਿਆ ਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਕੀ ਕਰੂਗੀ, ਕਿੱਥੇ ਖੜੇ ਪੈਰ ਹੋਊਗੀ। ਮਤਲਬ ਇਹ ਬਹੁਤ ਵੱਡੀ ਸਮੱਸਿਆ ਹੈ, ਕਿਉਂਕਿ ਸਿਸਟਮ ਇਦਾਂ ਦਾ ਬਣਾਇਆ ਹੈ। ਸਿਸਟਮ ਇਹ ਕਹਿੰਦਾ ਕਿ ਤੁਸੀਂ ਬੱਚਿਆਂ ਦੀ ਪੜ੍ਹਾਈ ਬਾਰੇ ਪੜ੍ਹਾਉਣਾ ਤਾਂ ਹੈ ਉਹਨਾਂ ਨੂੰ, ਜੇ ਕੁੜੀ ਆ ਤਾਂ ਉਹਨੂੰ ਸਿਰਫ ਇਸ ਲਈ ਪੜ੍ਹਾਉਣਾ ਆ ਕਿ ਉਹਨੂੰ ਚੰਗਾ ਰਿਸ਼ਤਾ ਮਿਲ ਜਾਵੇ, ਤੇ ਮੁੰਡਾ ਜਿਹੜਾ ਹੈ ਉਹ ਕਮਾਊ ਬਣਾਉਣਾ ਹੈ। ਪਰ ਅੱਜ ਕੱਲ੍ਹ ਮੁੰਡਾ ਵੀ ਕਮਾਊ ਨਹੀਂ ਹੈਗਾ, ਕਿਉਂਕਿ ਨੌਕਰੀਆਂ ਸਰਕਾਰ ਵਾਅਦੇ ਕਰਕੇ ਉਹ ਫਿਰ ਭੁੱਲ ਜਾਂਦੀ ਹੈ। ਉਹਨਾਂ ਨੂੰ ਸ਼ਾਇਦ ਲੱਗਦਾ ਹੈ ਕਿ ਇਹਨਾਂ ਨੂੰ ਨੌਕਰੀਆਂ ਦੀ ਲੋੜ ਹੀ ਨਹੀਂਗੀ, ਇਹ ਤਾਂ ਰੋਜ਼ਗਾਰ ਪੈਦਾ ਕਰਨਗੇ। ਇਹ ਕਾਰਪੋਰੇਟ ਹੁਣ ਉਹ ਭੁੱਲ ਗਏ ਕਿ ਹਮ ਦੋ ਹਮਾਰੇ ਦੋ ਵਿੱਚ ਇਹਨਾਂ ਦੇ ਕਾਰਪੋਰੇਟ ਆਉਂਦੇ ਨੇ। ਹੁਣ ਹਰ ਕੋਈ ਤਾਂ ਕਾਰਪੋਰੇਟ ਨਹੀਂ ਬਣ ਸਕਦਾ। ਹੁਣ ਜਿਹੜਾ ਕਾਲਜ ਦੇ ਬਾਹਰ ਪਕੌੜੇ ਵੇਚਣ ਡਿਆ, ਉਹ ਕਿਤੇ ਵੱਡੇ ਕਾਰਪੋਰੇਟ ਦਾ ਮੁਕਾਬਲਾ ਤਾਂ ਨਹੀਂ ਕਰ ਲੂ। ਉਹ ਕੱਲ੍ਹ ਨੂੰ ਤੁਹਾਨੂੰ ਜਹਾਜ਼ ਤਾਂ ਨਹੀਂ ਦਊਗਾ ਵੀ ਤੁਸੀਂ ਚਲੋ ਕੈਂਪੇਨ ਕਰੋ, ਮੇਰੇ ਜਹਾਜ਼ ਉੱਡ ਦਿੰਦੇ ਮੈਂ ਪਕੌੜੇ ਧਰ ਲਵਾਂ। ਇੱਕ ਤਰੀਕੇ ਦੇ ਨਾਲ ਇਹ ਬਹੁਤ ਵੱਡੀਆਂ ਸਮੱਸਿਆਵਾਂ ਸਾਡੇ ਅੱਗੇ ਨੇ, ਜਿਹਨੂੰ ਸ਼ਾਇਦ ਨਜਿੱਠਣਾ ਬਹੁਤ ਜ਼ਰੂਰੀ ਹੈ। ਜੀ ਖੈਰ ਸਾਹਿਬ, ਜੇਕਰ ਗੱਲ ਕਰੀਏ ਕਿਸਾਨੀ ਅੰਦੋਲਨ ਜੋ ਕਿ ਪਿਛਲੇ 3 ਮਹੀਨਿਆਂ ਤੋਂ ਲਗਾਤਾਰ ਬੜੇ ਪਿਆਰ ਨਾਲ ਐਂਡ ਬੜੇ ਵੱਡੇ ਲੈਵਲ ਤੇ ਚੱਲ ਰਿਹਾ ਹੈ, ਦੇਸ਼ਾਂ ਵਿਦੇਸ਼ਾਂ ਵਿੱਚ ਫੁੱਲ ਸਪੋਰਟ ਮਿਲ ਰਹੀ ਹੈ, ਇਹੀ ਕਾਰਨ ਰਿਹਾ ਕਿ ਸਰਕਾਰਾਂ ਜਿਹੜੀਆਂ ਨੇ ਜੋ ਕਿ ਪਹਿਲਾਂ ਤੋਂ ਹੀ ਢੀਠ ਰਵੱਈਆ ਅਪਣਾ ਰਹੀਆਂ ਨੇ ਐਂਡ ਕਿਸਾਨਾਂ ਦੀ ਗੱਲ ਸੁਣਨ ਨੂੰ ਰਾਜ਼ੀ ਨਹੀਂ ਹੈ। ਹੁਣ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹਨਾਂ ਨੂੰ ਬਦਨਾਮ ਕਰਕੇ ਹੀ ਸ਼ਾਇਦ ਉਹਨਾਂ ਦੀ ਜਿੱਤ ਹੋ ਸਕਦੀ ਹੈ, ਜਿਸ ਤੋਂ ਬਾਅਦ ਉਹ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਨੇ ਬਦਨਾਮ ਕਰਨ ਦੀਆਂ। 26 ਜਨਵਰੀ ਨੂੰ ਉਹਨਾਂ ਨੂੰ ਹਲਕਾ ਜਿਹਾ ਮੌਕਾ ਮਿਲ ਗਿਆ, ਜਿਸ ਨੂੰ ਇੰਨਾ ਜ਼ਿਆਦਾ ਖਿੱਚਿਆ ਜਾ ਰਿਹਾ ਕਿ ਹਾਲੇ ਤੱਕ ਉਹ ਜਿਹੜੀ ਚੀਜ਼ ਹੈ ਉਹ ਖਤਮ ਨਹੀਂ ਕੀਤੀ ਜਾ ਰਹੀ। ਉਸੇ ਚੀਜ਼ ਦਾ ਹੀ ਹਿੱਸਾ ਹੈ ਕਿ ਜਿਹੜਾ ਜਿਵੇਂ ਤੁਸੀਂ ਹੁਣੇ ਗੱਲ ਕੀਤੀ ਹੈ, ਦਿਸ਼ਾ ਰਵੀ ਨੂੰ ਫੜ ਲੈਣਾ, ਨਿਕਿਤਾ ਜੈਕਬ ਹੋਣਾ ਦੇ ਉੱਪਰ ਜਿਹੜੇ ਗ੍ਰਿਫਤਾਰੀ ਦੇ ਸੰਮਨ ਨੇ ਉਹ ਜਾਰੀ ਕਰ ਦੇਣੇ, ਇਸ ਤੋਂ ਇਲਾਵਾ ਸ਼ਾਂਤਨੂ ਨੂੰ ਵੀ ਜਿਹੜੇ ਗ੍ਰਿਫਤਾਰੀ ਵਾਰੰਟ ਜਿਹੜੇ ਨੇ ਜਾਰੀ ਕੀਤੇ ਗਏ ਨੇ। ਸੋ ਇੱਕੋ ਚੀਜ਼ ਨੂੰ ਬਾਰ-ਬਾਰ ਖਿੱਚਿਆ ਜਾ ਰਿਹਾ ਹੈ। ਹੋਰਾਂ ਵੀ ਕਾਫੀ ਮੁੱਦਿਆਂ ਦੇ ਉੱਪਰ ਗੱਲਬਾਤ ਕੀਤੀ ਜਾ ਰਹੀ ਹੈ, ਜਦਕਿ ਮਸਲਾ ਸਿਰਫ ਇੱਕੋ ਹੀ ਸੀਗਾ ਕਿ ਕਿਸਾਨੀ ਅੰਦੋਲਨ ਜਿਹੜਾ ਹੈ ਉਸ ਦਾ ਨਿਪਟਾਰਾ ਹੋਵੇ, ਉਹਨਾਂ ਨੂੰ ਬਣਦੇ ਹੱਕ ਦਿੱਤੇ ਜਾਣ, ਕਿਸਾਨਾਂ ਨੂੰ ਵਾਪਸ ਉਹਨਾਂ ਦੇ ਘਰ ਤੋਰਿਆ ਜਾਵੇ। ਜਿਸ ਤੋਂ ਬਾਅਦ ਮੈਂ ਕੱਲ੍ਹ ਵੀ ਗੱਲ ਕੀਤੀ ਕਿ ਹਰਿਆਣਾ ਦੇ ਖੇਤੀਬਾੜੀ ਮੰਤਰੀ ਕਿੰਨੀ ਬੁਰੀ ਸਟੇਟਮੈਂਟ ਦਿੰਦੇ ਨੇ। ਉਹ ਆਖਦੇ ਨੇ ਕਿ ਜੇਕਰ 2-2.5 ਲੱਖ ਕਿਸਾਨ ਇੱਥੇ ਬੈਠਾ ਵੀ ਆ, ਜੇ ਘਰੇ ਵੀ ਬੈਠਾ ਹੁੰਦਾ ਤਾਂ ਵੀ ਤਾਂ ਮਰਨਾ ਹੀ ਸੀਗੇ। ਸੋ ਇੰਨੀ ਗੰਦੀ ਸਟੇਟਮੈਂਟ ਇੱਕ ਮੰਤਰੀ ਵੱਲੋਂ, ਜਿਨ੍ਹਾਂ ਦੇ ਉੱਪਰ ਕਾਫੀ ਉਮੀਦਾਂ ਜਤਾਈਆਂ ਜਾਂਦੀਆਂ ਨੇ ਕਿ ਆਹ ਲੋਕ ਜਿਹੜੇ ਆਪਾਂ ਬੈਠੇ ਬਿਠਾਏ ਨੇ ਵਿਧਾਨ ਸਭਾ 'ਚ ਭੇਜੇ ਨੇ, ਇਹ ਕੋਈ ਚੱਜ ਦੀ ਗੱਲ ਕਰਨਗੇ, ਸਾਡੇ ਹੱਕਾਂ ਦੀ ਗੱਲ ਕਰਨਗੇ, ਉਹਨਾਂ ਵੱਲੋਂ ਅਜਿਹੇ ਕਮੈਂਟ ਆਉਣਾ ਮੈਨੂੰ ਲੱਗਦਾ ਕਿ ਵਾਕਈ ਬੜੀ ਮਾੜੀ ਗੱਲ ਹੈ। ਉਸ ਤੋਂ ਇਲਾਵਾ ਜਿਹੜੇ ਹਰਿਆਣਾ ਦੇ ਜਿਹੜੇ ਸਿਹਤ ਮੰਤਰੀ ਨੇ ਅਨਿਲ ਵਿਜ, ਉਹਨਾਂ ਦਾ ਬੜਾ ਮਾੜਾ ਕਮੈਂਟ ਆਉਂਦਾ। ਉਹ ਕਹਿੰਦੇ ਨੇ ਕਿ ਜਿਹੜਾ ਵੀ ਦੇਸ਼ ਦੇ ਉਲਟ ਗੱਲ ਕਰਦਾ ਉਸ ਨੂੰ ਤਾਂ ਜਾਨੋਂ ਹੀ ਮਾਰ ਦਿਓ।
ਟਿਪੀਕਲੀ ਕੁਝ ਐਦਾਂ ਦੇ ਵਰਡਿੰਗ ਸੀਗੇ। ਮਤਲਬ ਤੁਸੀਂ ਇੱਕ ਜਗ੍ਹਾ ਦੇ ਤੁਸੀਂ ਮਿਨਿਸਟਰ ਹੋ, ਤੁਸੀਂ ਆਪਣੇ ਆਪਣੇ ਸੂਬੇ ਦੇ ਤੁਸੀਂ ਮੈਂ ਕਹਿੰਦਾ ਤੁਸੀਂ ਜਵਾਬਦੇਹੀ ਹੋ, ਤੁਸੀਂ ਸਰਮਾਏਦਾਰ ਹੋ, ਤੁਹਾਡੇ ਵੱਲੋਂ ਅਗਰ ਇਹੋ ਜਿਹੇ ਕਮੈਂਟ ਕੀਤੇ ਜਾਂਦੇ ਨੇ ਸੋ ਕਾਫੀ ਸਾਰੇ ਜਿਹੜੇ ਲੋਕ ਹੁੰਦੇ ਨੇ ਉਹ ਸਾਰੀਆਂ ਗੱਲਾਂ ਨੂੰ ਫੋਲੋ ਕਰ ਲੈਂਦੇ ਨੇ। ਸੋ ਇੱਥੇ ਕਿਉਂ ਨਹੀਂ ਆਣਾ ਪਿੱਛੇ ਮੈਂ ਕਹਿੰਦਾ ਕੇਸ ਪਾਇਆ ਜਾ ਰਿਹਾ ਕਿ ਬਈ ਇਹ ਹਿੰਸਾ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਟਵਿੱਟਰ ਨੇ ਉਹਨਾਂ ਦਾ ਉਹ ਟਵੀਟ ਜਿਹੜਾ ਹੈ ਬੰਦ ਕਰ ਦਿੱਤਾ, ਉਸ ਨੂੰ ਹਾਈਡ ਕਰ ਦਿੱਤਾ, ਡਿਲੀਟ ਕਰ ਦਿੱਤਾ, ਪਰ ਇੱਥੇ ਐਡੀ ਵੱਡੀ ਸਟੇਟਮੈਂਟ ਦੇ ਦੇਣੀ ਟਵਿੱਟਰ ਦੇ ਉੱਪਰ ਮੈਂ ਕਹਿੰਦਾ ਬੜੀ ਮਾੜੀ ਗੱਲ ਹੈ। ਦੇਖੋ ਇਹਨਾਂ ਦੇ ਜਿਹੜੇ ਵਿਧਾਇਕ ਨੇ ਉਹਨਾਂ ਦੀਆਂ ਤਾਂ ਗੱਲਾਂ ਹੀ ਕੁਝ ਹੋਰ ਨੇ। ਤੁਸੀਂ ਜੇ ਗੱਲ ਕਰਨੀ ਹੋਵੇ ਬੀਜੇਪੀ ਦੀ ਤਾਂ ਤੁਸੀਂ ਲਿਖੋ ਕਿ ਇਹ ਸਭ ਤੋਂ ਘਟੀਆ ਪਾਰਟੀ ਆ ਹੁਣ ਤੱਕ ਦੀ। ਇਹਨਾਂ ਦੇ ਜਿਹੜੇ ਵਿਧਾਇਕ ਨੇ ਉਹ ਇਦਾਂ ਲੱਗਦਾ ਕਿ ਪੜ੍ਹੇ ਲਿਖੇ ਹੀ ਨਹੀਂ ਹੈਗੇ, ਉਹਨਾਂ ਨੂੰ ਸ਼ਾਇਦ ਕਿਸੇ ਗੱਲ ਦੀ ਸਮਝ ਹੀ ਨਹੀਂ ਹੈਗੀ। ਜੇ ਟੂਲ ਕਿਟ ਦੀ ਆਪਾਂ ਪਹਿਲਾਂ ਗੱਲ ਕੀਤੀ ਸੀ, ਉਹ ਟੂਲ ਕਿਟ ਇਹ ਬੇਸ਼ੱਕ ਬੜੇ ਸੋਹਣੇ ਤਰੀਕੇ ਨਾਲ ਵਰਤਦੇ ਨੇ, ਪਰ ਇਹਨਾਂ ਨੂੰ ਉਹ ਕਹਿੰਦੇ ਨੇ ਹੁੰਦੇ ਨਾ ਕਿ ਅਕਲ ਵੀ ਨਕਲ ਨਾਲ ਵੱਜਦੀ ਹੈ। ਇਹਨਾਂ ਨੂੰ ਨਾ ਤੇ ਅਕਲ ਮਾਰਨੀ ਆਉਂਦੀ ਹੈ ਤੇ ਨਕਲੀ ਤੇ ਬਿਲਕੁਲ ਸਿਰੇ ਦੇ ਹੈਗੇ ਹੀ ਹੈਗੇ ਆ। ਹੁਣ ਇਦਾਂ ਦੀਆਂ ਸਟੇਟਮੈਂਟ ਦੇਣੀਆਂ ਇੱਕ ਤਰੀਕੇ ਨਾਲ ਫਿਰਕੂ ਪ੍ਰਸਤੀ ਨੂੰ ਭੜਕਾਉਣਾ ਆ। ਐਨਆਰਸੀ ਚੱਲਿਆ, ਐਨਆਰਸੀ ਦੇ ਵਿੱਚ ਇੱਕ ਨਾਰਾ ਸੀਗਾ ਕਿ ਦੇਸ਼ ਕੇ ਗਰਦਾरों को ਗੋਲੀ ਮਾਰੋ ਜੀ, ਹਨਾ, ਤੇ ਉਹ ਗੱਲ ਅਸੀਂ ਇੱਥੇ ਬੋਲ ਵੀ ਨਹੀਂ ਸਕਦੇ ਜਦੋਂ ਅਸੀਂ ਮੀਡੀਆ ਤੇ ਬੈਠੇ ਹਾਂ। ਐਦਾਂ ਹੀ ਹੁਣ ਇਹਨਾਂ ਨੇ ਜਦੋਂ 26 ਜਨਵਰੀ ਦੀ ਘਟਨਾ ਹੁੰਦੀ ਹੈ ਤੇ ਇਹਨਾਂ ਦੇ ਚੁਣੇ ਹੋਏ ਵਿਧਾਇਕ ਇਹੀ ਨਾਰਾ ਫਿਰ ਬੁਲੰਦ ਕਰਨ ਦੀ ਕੋਸ਼ਿਸ਼ ਕਰਦੇ ਨੇ ਜੀ ਕਿ ਉਹ ਦੇਸ਼ ਧਰੋਹ ਨਹੀਂ ਹੈਗੇ, ਉਹ ਕਿਤੇ ਨਾ ਫਿਰਕੂ ਪ੍ਰਸਤੀ ਨਹੀਂ ਬੁਲਾ ਰਹੇ। ਨੰਦ ਕਿਸ਼ੋਰ ਜਿਹੜਾ ਇਹਨਾਂ ਦਾ ਐਮਐਲਏ ਆ, ਉਹਨੇ ਲਗਾਤਾਰ ਇਹ ਕਿਹਾ ਜੀ ਮੈਨੂੰ ਦੋ, ਮੈਂ ਆਪਣੀ ਆਰਮੀ ਲੈ ਕੇ ਜਾਂਦਾ, ਮੈਂ ਤੇ ਇਹਨਾਂ ਨੂੰ ਗੋਲੀਆਂ ਮਾਰਦਾ। ਬਈ ਤੂੰ ਇਸ ਮੁਲਕ ਦਾ ਠੇਕੇਦਾਰ ਲੱਗਾ ਹੋਇਆ। ਮਤਲਬ ਇੱਕ ਤਰੀਕੇ ਦੇ ਨਾਲ ਇਹ ਬਹੁਤ ਵੱਡੀ ਕਹਿ ਲਾ ਕੋਈ, ਮੈਂ ਬਹੁਤ ਵਾਰ ਸ਼ਰਮਿੰਦੇ ਹੋ ਜਾਂਦੇ ਹਾਂ ਅਸੀਂ ਕਿ ਯਾਰ ਇਦਾਂ ਦੀਆਂ ਗੱਲਾਂ ਕੋਈ ਚੁਣਿਆ ਹੋਇਆ ਵਿਧਾਇਕ ਕਿਵੇਂ ਕਰ ਸਕਦਾ। ਕਿ ਅਸੀਂ ਜੰਗਲ ਥੋੜੀ ਰਹਿ ਰਹੇ ਹਾਂ, ਇੱਕ ਦੇਸ਼ ਹੈ ਉਹ ਵੀ ਲੋਕਤੰਤਰ ਦੇਸ਼ ਹੈ। ਜੋ ਬਾਈਡਨ ਸਾਹਿਬ ਉਹਨਾਂ ਨੇ ਕਿਹਾ ਕਿ ਹੁਣ ਥੋੜਾ ਇੱਕ ਸਾਲ ਹੋਏ ਨੇ ਡਿਕਟਰਾਨਾ ਰੁਚੀਆਂ ਵੱਧਦੀਆਂ ਰਹੀਆਂ ਨੇ। ਸਾਨੂੰ ਪਤਾ ਡਿਕਟਰਾਨਾ ਰੁਚੀਆਂ ਕਿੱਥੇ ਕਿੱਥੇ ਵਧੀਆਂ। ਮੈਂ ਉਹੀ ਗੱਲ ਕਹਿ ਰਿਹਾ ਕਿ ਇਹਨਾਂ ਨੂੰ ਸ਼ਾਇਦ ਸਮਝ ਨਹੀਂ ਆਉਂਦੀ ਕਿ ਦੁਨੀਆ ਇਹਨਾਂ ਦੇ ਬਾਰੇ ਗੱਲਾਂ ਕਰ ਰਹੀਆਂ ਨੇ, ਪਰ ਇੱਕ ਸਟੇਟਮੈਂਟ ਇੱਧਰ ਵੀ ਹੈ ਕਿ ਇੱਕ ਫਿਲਾਸਫੀ ਹੁੰਦੀ ਹੈ। ਇਹ ਫਾਸ਼ੀਵਾਦੀ ਲੋਕ ਹੈ, ਇਹਨਾਂ ਨੂੰ ਲੱਗਦਾ ਕਿ ਸਾਡੀ ਸਟੇਟਮੈਂਟ ਜਿਹੜੀ ਹੈ ਉਹ ਬਿਲਕੁਲ ਸਹੀ ਹੈ। ਜੋ ਅਸੀਂ ਕਹਿ ਦਿੱਤਾ ਉਹ ਪੱਥਰ ਤੇ ਲਕੀਰ ਹੈ, ਚਾਹੇ ਉਹ ਗਲਤ ਹੋਵੇ ਚਾਹੇ ਸਹੀ ਹੋਵੇ, ਉਹਨੂੰ ਪ੍ਰੂਵ ਕਰਨ ਦੇ ਲਈ ਸਾਰੀ ਉਮਰ ਇਹ ਲਾ ਦਿੰਦੇ ਨੇ। ਜੀ ਜੀ ਖੈਰ ਸਾਹਿਬ, ਤੁਸੀਂ ਗੱਲ ਕੀਤੀ ਟੂਲ ਕਿਟ ਦੀ, ਟੂਲ ਕਿਟ ਨੂੰ ਅਸੀਂ ਕਾਫੀ ਲੰਬਾ ਮੈਂ ਕਹਿੰਦਾ ਡਿਸਕਸ ਕਰ ਲਿਆ, ਕਿਉਂਕਿ ਡਿਸਕਸ ਕਰਨਾ ਬਣਦਾ ਵੀ ਹੈ, ਕਿਉਂਕਿ ਲੋਕਾਂ ਦੇ ਸਾਹਮਣੇ ਉਸ ਨੂੰ ਐਵੇਂ ਦਿਖਾਇਆ ਜਾ ਰਿਹਾ ਕਿ ਬਹੁਤ ਵੱਡੀ ਗੱਲ ਹੋਊਗੀ, ਇਹਨਾਂ ਨੇ ਪਲੈਨਿੰਗ ਕਿਵੇਂ ਕਰ ਲਈ, ਜਦ ਕਿ ਅਗਰ ਖੁਦ ਬੀਜੇਪੀ ਗਵਰਨਮੈਂਟ ਦੀ ਗੱਲ ਕੀਤੀ ਜਾਵੇ ਤਾਂ ਖੁਦ ਪਲੈਨਿੰਗਾਂ ਕਰਕੇ ਹੀ ਇਹਨਾਂ ਦੀ ਸਰਕਾਰ ਬਣੀ ਸੀਗੀ। ਅਮਿਤ ਸ਼ਾਹ ਹੁਣ ਦਾ ਬਿਆਨ ਮੈਂ ਦੇਖ ਰਿਹਾ ਸੀਗਾ, ਉਹਨਾਂ ਨੇ ਕਿਹਾ ਕਿ ਜਦੋਂ ਯੂਪੀ ਵਿੱਚ ਸਾਨੂੰ 300 ਤੋਂ ਵੱਧ ਸੀਟਾਂ ਮਿਲ ਜਾਂਦੀਆਂ, ਕਹਿੰਦਾ ਹਰ ਇੱਕ ਇਨਸਾਨ ਬੜਾ ਅਚੰਭਾ ਜਿਹਾ ਹੋ ਗਿਆ, ਬੜਾ ਉਸਨੂੰ ਮੈਂ ਕਹਿੰਦਾ ਧੱਕਾ ਜਿਹਾ ਲੱਗ ਗਿਆ ਕਿ ਕਿਵੇਂ ਇਹਨਾਂ ਨੂੰ 300 ਤੋਂ ਵੱਧ ਸੀਟਾਂ ਮਿਲ ਗਈਆਂ। ਕਹਿੰਦਾ ਅਸੀਂ ਸੋਸ਼ਲ ਮੀਡੀਆ ਦੇ ਉੱਪਰ ਕਹਿੰਦੇ ਆਰਮੀ ਚਲਾਈ ਹੋਈ ਸੀਗੀ, ਇੱਕ ਪੂਰੀ ਫੈਨ ਬਣਾਏ ਸੀਗੇ, ਪੂਰੇ ਜਿਹੜੇ ਟੀਮ ਸਾਡੀ ਸੀਗੀ ਉਹ ਬਿਠਾਈ ਹੋਈ ਸੀਗੀ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਇੱਕ 38 ਲੱਖ ਲੋਕਾਂ ਦਾ ਗਰੁੱਪ ਸੀਗਾ, ਇੱਕ 50-60 ਲੱਖ ਲੋਕਾਂ ਦਾ ਗਰੁੱਪ ਸੀਗਾ, ਜਿਸ ਵਿੱਚ ਅਸੀਂ ਰੋਜ਼ ਲੋਕਾਂ ਨੂੰ ਮੈਸੇਜ ਪਾਉਂਦੇ ਸੀਗੇ ਕਿ ਜੇਕਰ ਸਰਕਾਰ ਸਾਡੀ ਨਾ ਰਹੀ ਤੁਹਾਨੂੰ ਆਹ ਨੁਕਸਾਨ ਹੋ ਸਕਦਾ ਵਾ, ਅਸੀਂ ਇੱਦਾਂ ਕਰ ਦੇਵਾਂਗੇ, ਅਸੀਂ ਉਹ ਕਰ ਦੇਵਾਂਗੇ। ਸੋ ਲੋਕਾਂ ਨੂੰ ਹਰ ਰੋਜ਼ ਪ੍ਰੋਪਾਗੈਂਡਾ ਤਿਆਰ ਕੀਤਾ ਮਿਲਦਾ ਸੀਗਾ, ਲੋਕਾਂ ਨੂੰ ਰੋਜ਼ ਭੜਕਾਇਆ ਜਾਂਦਾ ਸੀਗਾ ਕਿ ਸਰਕਾਰਾਂ ਜਿਹੜੀਆਂ ਨੇ, ਜਿਹੜੇ ਕਾਂਗਰਸੀ ਨੇ ਉਹ ਆਹ ਕਰ ਰਹੇ ਨੇ, ਯੂਪੀ 'ਚ ਜੇਕਰ ਗੱਲ ਕਰਾਂ ਮੁਸਲਿਮ ਜਿਹੜੇ ਨੇ ਉਹ ਆਹ ਕਰ ਰਹੇ ਨੇ। ਸੋ ਅਲੱਗ-ਅਲੱਗ ਤਰੀਕਿਆਂ ਦੇ ਨਾਲ ਉਹਨਾਂ ਨੂੰ ਭੜਕਾਇਆ ਜਾ ਰਿਹਾ ਸੀਗਾ, ਉਹਨਾਂ ਨੂੰ ਮੈਂ ਕਹਿੰਦਾ ਭੜਕਾਇਆ ਲੱਗ ਜਾ ਰਿਹਾ ਸੀਗਾ, ਪਟਕਾਇਆ ਲੱਗ ਜਾ ਰਿਹਾ ਸੀਗਾ ਕਿ ਐਦਾਂ ਕਰ ਲਓ ਨਹੀਂ ਤੇ ਐਦਾਂ ਹੋ ਜਾਊਗਾ। ਸੋ ਉਹਨਾਂ ਨੇ ਸਾਫ਼ ਆਪਣੀ ਸਟੇਟਮੈਂਟ ਵਿੱਚ ਇਹ ਗੱਲ ਆਖੀ ਹੈ। ਸੋ ਜੇਕਰ ਗੱਲ ਕੀਤੀ ਜਾਵੇ ਤਾਂ ਉਹ ਵੀ ਇੱਕ ਟੂਲ ਕਿਟ ਦਾ ਹਿੱਸਾ ਹੀ ਹੈ। ਸੋ ਸਰਕਾਰਾਂ ਜਿਹੜੀਆਂ ਨੇ ਜੇਕਰ ਖੁਦ ਕਰੇ ਤਾਂ ਕੋਈ ਗੱਲ ਨਹੀਂ, ਪਰ ਜੇਕਰ ਦੂਸਰਾ ਬੰਦਾ ਜੇਕਰ ਕੋਈ ਇਹੋ ਜਿਹੀ ਸੇਮ ਹਰਕਤ ਕਰਦਾ ਜਾਂ ਸੇਮ ਪਲੈਨਿੰਗ ਕਰਦਾ ਤਾਂ ਉਸ ਨੂੰ ਦੇਸ਼ ਦਰੋਹੀ ਦੀ ਜਿਹੜਾ ਨਾਮ ਹੈ ਉਹ ਦਿੱਤਾ ਜਾ ਰਿਹਾ। ਸੋ ਹੁਣ ਅਸੀਂ ਗੱਲ ਕਰਦੇ ਹਾਂ ਕਿਸਾਨੀ ਅੰਦੋਲਨ ਦੀ। ਦੁਬਾਰਾ ਹੁਣ ਕਿਸਾਨੀ ਅੰਦੋਲਨ ਦੀ ਗੱਲ ਹੀ ਚੱਲ ਰਹੀ ਹੈ, ਪਰ ਟੂਲ ਕਿਟ ਤੋਂ ਹਟ ਕੇ ਹੁਣ ਅਸੀਂ ਗੱਲ ਕਰਦੇ ਹਾਂ। ਸੋ 18 ਤਰੀਕ ਨੂੰ ਜੋ ਕਿ ਕਿਸਾਨ ਸੰਯੁਕਤ ਮੋਰਚੇ ਨੇ ਐਲਾਨ ਕੀਤਾ ਸੀਗਾ ਕਿ ਅਸੀਂ ਟ੍ਰੇਨਾਂ ਨੂੰ ਰੋਕਾਂਗੇ। ਰਕੇਸ਼ ਟਕੈਤ ਹੋਣਾ ਦਾ ਬਿਆਨ ਆਉਂਦਾ ਹੈ ਕਿ ਅਸੀਂ ਇਸ ਵਾਰ ਲਾਈਨਾਂ ਤੇ ਰੇਲ ਗੱਡੀਆਂ ਨਹੀਂ ਰੋਕਾਂਗੇ, ਅਸੀਂ ਸਟੇਸ਼ਨ ਤੇ ਜਾਵਾਂਗੇ, ਉੱਥੋਂ ਗੱਡੀ ਨਹੀਂ ਚੱਲਣ ਦੇਣੀ। ਐਂਡ ਕਹਿੰਦੇ ਬਕਾਇਦਾ ਅਸੀਂ ਨਾ ਚਾਹ ਨਾਸ਼ਤਾ ਨਾਲ ਲੈ ਕੇ ਜਾਵਾਂਗੇ। ਅਗਰ ਯਾਤਰੀਆਂ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਅਸੀਂ ਉਹਨਾਂ ਨੂੰ ਕਹਾਂਗੇ ਕਿ ਆਹ ਖਾ ਪੀ ਲਓ, ਪਰ ਸਾਡਾ ਸਾਥ ਦੇਵੋ ਤੇ ਇਸ ਪੂਰੇ ਜਿਹੜਾ ਅਸੀਂ ਰੇਲ ਰੋਕੋ ਅੰਦੋਲਨ ਜਿਹੜਾ ਚੱਲ ਰਿਹਾ ਉਸ ਨੂੰ ਸਕਸੈਸਫੁਲ ਹੋਣ ਦਿਓ। ਸੋ ਇਹੋ ਜੀ ਮੈਂ ਕਹਿੰਦਾ ਸ਼ਾਂਤੀ ਤਰੀਕੇ ਦੇ ਨਾਲ, ਇੱਕ ਬੜੇ ਪਿਆਰੇ ਤਰੀਕੇ ਦੇ ਨਾਲ, ਇੱਕ ਅਨੋਖੇ ਤਰੀਕੇ ਦੇ ਨਾਲ ਸਾਡਾ ਅੰਦੋਲਨ ਚੱਲ ਰਿਹਾ ਤੇ ਕਿਵੇਂ ਇਸ ਨੂੰ ਬਦਨਾਮ ਕਰਨ ਦੀ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਬਈ ਇਹ ਤਾਂ ਅੱਤਵਾਦੀ ਨੇ, ਇਹ ਤਾਂ ਖੱਬੇ ਪੱਖੀ ਨੇ, ਇਹ ਤਾਂ ਵੱਖਵਾਦੀ ਨੇ, ਅਲੱਗ-ਅਲੱਗ ਨਾਮਾਂ ਦੇ ਤਹਿਤ ਉਹਨਾਂ ਨੂੰ ਪੁਕਾਰਿਆ ਜਾ ਰਿਹਾ। ਪਰ ਇਹੋ ਜਿਹੀਆਂ ਪਲੈਨਿੰਗਸ, ਕਿਉਂਕਿ ਉਹ ਵੀ ਸਮਝਦੇ ਨੇ ਕਿ ਜਿਹੜਾ ਵਿਅਕਤੀ ਸਟੇਸ਼ਨ ਪਹੁੰਚਿਆ ਉਸਨੇ ਕਿਤੇ ਜਾਣਾ ਹੋਏਗਾ, ਕਿਤੋਂ ਆਉਣਾ ਹੋਵੇਗਾ, ਉਸਨੂੰ ਪ੍ਰੋਬਲਮ ਹੋ ਸਕਦੀ ਹੈ, ਬਟ ਫਿਰ ਵੀ ਅਗਰ ਕਿਸੇ ਨੂੰ ਪ੍ਰੋਬਲਮ ਹੁੰਦੀ ਹੈ ਕਹਿੰਦੇ ਚਾਹ ਨਾਸ਼ਤਾ ਵੀ ਦੇਵਾਂਗੇ ਤੇ ਉਹਨਾਂ ਕੋਲ ਮਾਫੀ ਵੀ ਮੰਗਾਂਗੇ ਤੇ ਸਾਡਾ ਜਿਹੜਾ ਅੰਦੋਲਨ ਹੈ ਸਕਸੈਸਫੁਲ ਕਰਨ ਦੀ ਉਹਨਾਂ ਕੋਲ ਗੁਜ਼ਾਰਿਸ਼ ਵੀ ਕਰਾਂਗੇ। ਵਾਕਈ ਇਹ ਅੰਦੋਲਨ ਜਿਹੜਾ ਹੈ ਇਹਦੇ ਵਿੱਚ ਇਹ ਤਾਂ ਦੇਖਿਆ ਕਿ ਮਨੁੱਖਤਾ ਸਭ ਤੋਂ ਉੱਪਰ ਹੈ ਜੀ। ਜਦੋਂ ਅਸੀਂ ਪੰਜਾਬ ਦੀ ਗੱਲ ਕਰੀਏ ਜਾਂ ਕਿਸਾਨ ਦੀ ਗੱਲ ਕਰ ਲਈਏ ਤਾਂ ਇਹ ਇੱਕ
ਉਹ ਕਲਾਕਾਰ ਹੈ ਜਿਹੜਾ ਪੂਰੀ ਦੁਨੀਆ ਨੂੰ ਆਪਣੀ ਕਲਾਕਾਰੀ ਦੇ ਸਿਰ ਤੇ ਰੋਟੀ ਖਵਾਉਂਦਾ ਹੈ। ਤਾਂ ਜਦੋਂ ਇਹਨਾਂ ਦਾ ਫਿਰ ਅੰਦੋਲਨ ਚੱਲਦਾ ਹੋਵੇ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਕਿ ਭੁੱਖਾ ਸ਼ਾਇਦ ਹੀ ਕੋਈ ਰਹਿ ਸਕਦਾ ਹੈ। ਮੈਂ ਜਦੋਂ ਬਹੁਤ ਵਾਰ ਗੱਲ ਵੀ ਕਰ ਚੁੱਕਾ, ਜਦੋਂ ਮੈਂ ਘਰ ਆਉਣਾ ਆ ਜਾਂ ਘਰ ਜਾਣਾ ਵਾਪਸ, ਤਾਂ ਚੌਂਕਾਂ ਦੇ ਵਿੱਚ ਮੈਂ ਦੇਖਿਆ ਉਹ ਗੁਰਦੇ ਵਾਲੇ ਲੋਕ ਆਪਣੇ ਵੱਖਰੇ ਵੱਖਰੇ ਪੋਸਟਰ ਫੜੀ ਖੜੇ ਹੁੰਦੇ ਨੇ ਜੀ। ਅੱਜ ਕੱਲ੍ਹ ਉਹ ਅੰਗਰੇਜ਼ਾਂ ਵਾਂਗੂ ਸਾਡੇ ਵੀ ਕਹਿੰਦੇ ਆ ਜੇ ਕਿ ਜੇ ਤੁਸੀਂ ਸਪੋਰਟ ਕਰਨਾ ਤੇ ਹੌਰਨ ਹੌਂਕ ਕਰਕੇ ਜਾਓ, ਤੇ ਅਸੀਂ ਬਕਾਇਦਾ ਕਰਦੇ ਵੀ ਹਾਂ। ਔਰ ਸਾਨੂੰ ਲੱਗਦਾ ਕਿ ਨਹੀਂ, ਜੇ ਮੈਨੂੰ ਵੀ ਛੁੱਟੀ ਹੁੰਦੀ ਤੇ ਅੱਜ ਮੈਂ ਵੀ ਇਸ ਚੌਂਕ ਦੇ ਵਿੱਚ ਖੜ ਜਾਂਦਾ। ਫਿਰ ਇੱਕ ਤਰੀਕੇ ਨਾਲ ਇਦਾਂ ਦਾ ਅੰਦੋਲਨ ਹੋਰ ਨਿਬੜਿਆ। ਜੀ ਜੀ। ਸ਼ਹਿਰ ਦੇ ਵਿੱਚ ਵੀ ਉਨੀ ਆ ਜੋਸ਼ ਹੈ ਤੇ ਪਿੰਡਾਂ ਦੇ ਵਿੱਚ ਵੀ ਉਨਾ ਜੋਸ਼ ਹੈ। ਕਦੇ ਇਸ ਕੋਈ ਵੀ ਅੰਦੋਲਨ ਅਸੀਂ ਦੇਖਿਆ ਨਹੀਂ ਸੀ ਕਿ ਕਦੇ ਜਿੱਥੇ ਅਸੀਂ ਟਾਈਮ ਬੰਨ ਲਿਆ ਸੀ ਵੀ ਬਈ ਇੰਨੇ ਵਜੇ ਅਸੀਂ ਜਾਣਾ, ਇੰਨੀ ਵਾਰੀ ਤੁਸੀਂ ਜਾਣਾ, ਇੰਨੀ ਵਾਰੀ ਅਸੀਂ ਜਾਣਾ ਜੀ। ਇਹ ਇੱਕ ਤਰੀਕੇ ਦੇ ਨਾਲ ਇਸ ਅੰਦੋਲਨ ਦੀ ਬਹੁਤ ਵੱਡੀ ਜਿੱਤ ਹੈ। ਦੂਸਰੇ ਬੰਨੇ ਹੁਣ ਅਸੀਂ ਗੱਲ ਕਰਨੇ ਟ੍ਰੇਨ ਰੋਕੋ ਦੀ। 4 ਘੰਟੇ ਦਾ ਸਮਾਂ ਆ ਔਰ ਬਹੁਤਾਤ ਦੇ ਖਿਲਾਫ ਨਾ ਇੱਕ ਮੈਸੇਜ ਛੜਿਆ ਹੋਇਆ ਕਿ ਬਈ ਟ੍ਰੇਨ ਰੋਕਣੀ ਨਹੀਂ ਚਾਹੀਦੀ। ਟ੍ਰੇਨ ਦੇ ਉੱਤੇ ਹਰ ਕੋਈ ਸਫ਼ਰ ਕਰਦਾ, ਟ੍ਰੇਨ ਰੋਕਣੀ ਨਹੀਂ ਚਾਹੀਦੀ। ਤੁਸੀਂ 3 ਮਹੀਨੇ ਹੋ ਗਏ, ਕਿਸਾਨ ਰੋਕੇ ਹੋਏ ਨੇ, ਸੜਕਾਂ ਤੇ ਬੈਠੇ ਨੇ, 3 ਟਾਇਰ ਦੀ ਬੈਰੀਗੇਟਿੰਗ ਹੁੰਦੀ ਹੈ, ਉਦੋਂ ਤੁਹਾਨੂੰ ਲੱਗਦਾ ਨਹੀਂ ਸੀ ਕਿ ਇਹ ਵੀ ਰੋਕਣੇ ਨਹੀਂ ਚਾਹੀਦੇ? ਇਹਨਾਂ ਦਾ ਜਿਹੜਾ ਤੁਸੀਂ ਮਨੁੱਖੀ ਅਧਿਕਾਰਾਂ ਦਾ ਹਨਨ ਕਰ ਰਹੇ ਹੋ, ਸ਼ਾਇਦ ਦੁਨੀਆ ਗਵਾਹ ਆ। ਮੈਨੂੰ ਲੱਗਦਾ ਕਿ ਇਹਦੇ ਉੱਤੇ ਬੜੀ ਜਲਦੀ ਨੋਟਿਸ ਲਿਆ ਹੋਗਾ ਕਿ ਇਦਾਂ ਦੀਆਂ ਗੱਲਾਂ ਕਿ ਦੇਸ਼ ਦੇ ਲੋਕਾਂ ਨੂੰ ਦੇਸ਼ ਦੀ ਰਾਜਧਾਨੀ ਦੇ ਵਿੱਚ ਅੰਦੋਲਨ ਕਰਨ ਤੋਂ ਰੋਕਿਆ ਗਿਆ ਸੀਗਾ। ਸੋ ਇੱਕ ਤਰੀਕੇ ਨਾਲ ਬਹੁਤ ਵੱਡਾ ਸਵਾਗਤ ਵਾਲਾ ਹੈ, ਕਿਉਂਕਿ ਜਿੱਦਾਂ ਦਾ ਸਮਾਂ ਵੱਧ ਰਿਹਾ ਉਹਦਾ ਬੇਚੈਨੀ ਵੀ ਵੱਧ ਰਹੀ ਹੈ। ਸੋ ਇਹ ਬੇਚੈਨੀ ਜਿਹੜੀ ਹੈ ਇਹਨੂੰ ਠੱਲ ਪਾਉਣ ਦੇ ਲਈ ਇਹ ਅੰਦੋਲਨ ਨੂੰ ਤੇਜ਼ ਕਰਨਾ ਬਣਦਾ ਹੈ, ਔਰ ਤੇਜ਼ ਕਰਨ ਦੇ ਲਈ ਇੰਨਾ ਕੁ ਜਿਹੜਾ ਘਾਲਣਾ ਹੈ ਉਹ ਤਾਂ ਘਾਲਣੀ ਪੈਣੀ ਹੈ ਸਭ ਨੂੰ। ਜੀ। ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਸੋਸ਼ਲ ਮੀਡੀਆ ਦੀ, ਤਾਂ ਅਸੀਂ ਅਕਸਰ ਕਹਿੰਦੇ ਹਾਂ ਕਿ ਦੋਸਤੋ ਤੁਸੀਂ ਵੀ IT ਸੈੱਲ ਬਣੋ, ਵੱਧ ਤੋਂ ਵੱਧ ਹੈਸ਼ਟੈਗਸ ਯੂਜ਼ ਕਰੋ। ਪਰ ਪਿਛਲੇ ਜੇ ਕਾਫੀ ਦਿਨਾਂ ਤੋਂ ਅਸੀਂ ਨੋਟਿਸ ਕਰ ਰਹੇ ਹਾਂ ਕਿ ਸੋਸ਼ਲ ਮੀਡੀਆ, ਖਾਸ ਕਰਕੇ ਅਗਰ ਮੈਂ ਗੱਲ ਕਰਾਂ ਇੰਸਟਾਗ੍ਰਾਮ ਦੀ, ਤਾਂ ਉਹਨਾਂ ਨੇ ਵੀ ਕਾਫੀ ਸਾਰੀ ਗਾਈਡਲਾਈਨਸ ਸਰਕਾਰ ਦੀਆਂ ਮੰਨਣੀਆਂ ਸ਼ੁਰੂ ਕਰ ਦਿੱਤੀਆਂ ਨੇ। ਜੇਕਰ ਤੁਸੀਂ ਕੁਝ ਹੈਸ਼ਟੈਗਸ ਜਿਹੜੇ ਨੇ ਯੂਜ਼ ਕਰਦੇ ਹੋ, ਸੋ ਉਹਨਾਂ ਦੀ ਪੋਸਟਾਂ ਦੇ ਉੱਪਰ ਵਾਇਲੇਸ਼ਨ ਦੀਆਂ ਜਿਹੜੀਆਂ ਵਾਰਨਿੰਗਸ ਆ ਜਾਂਦੀਆਂ ਨੇ, ਉਹਨਾਂ ਦੀ ਪੋਸਟ ਜਿਹੜੀ ਹੈ ਉਹ ਰਿਮੂਵ ਕਰ ਦਿੱਤੀ ਜਾਂਦੀ ਹੈ। ਸੋ ਟਵਿੱਟਰ ਉੱਤੇ ਅਜਿਹਾ ਨਹੀਂ ਹੋ ਰਿਹਾ। ਸੋ ਜਿਹੜੇ ਦੋਸਤ ਕਾਫੀ ਸਾਰਾ ਐਕਟਿਵ ਰਹਿਣਾ ਚਾਹੁੰਦੇ ਨੇ, ਉਹ ਟਵਿੱਟਰ ਦੇ ਉੱਪਰ ਖਾਸ ਆਪਣੀਆਂ ਪੋਸਟਾਂ ਪਾ ਸਕਦੇ ਨੇ, ਐਂਡ ਉਹ ਸੇਮ ਫੋਟੋਸ ਜਿਹੜੀਆਂ ਨੇ ਉਹ ਬਾਅਦ 'ਚ ਇੰਸਟਾਗ੍ਰਾਮ ਦੇ ਉੱਪਰ ਸ਼ੇਅਰ ਕਰ ਸਕਦੇ ਨੇ, ਐਂਡ ਇੰਸਟਾਗ੍ਰਾਮ ਨੂੰ ਵੀ ਟੈਗ ਕਰ ਸਕਦੇ ਨੇ ਕਿ ਦੇਖੋ ਅਸੀਂ ਤਾਂ ਆਪਣਾ ਮੈਸੇਜ ਲਾਊਡ ਐਂਡ ਕਲੀਅਰ ਦੇਣਾ ਹੀ ਦੇਣਾ ਵਾ, ਤੁਸੀਂ ਸਾਡੀ ਸਪੋਰਟ ਕਰੋ ਜਾਂ ਫਿਰ ਨਾ ਕਰੋ। ਪਰ ਬਾਕੀ ਦੋਸਤੋ ਅਸੀਂ ਜਿਹੜੀ ਸਪੋਰਟ ਹੈ ਰੈਗੂਲਰ ਕਰਦੇ ਰਹਿਣਾ ਹੈ। ਜਦੋਂ ਤੱਕ ਕਿਸਾਨ ਉੱਥੇ ਡਟੇ ਨੇ, ਅਸੀਂ ਵੀ ਆਪਣੇ ਘਰਾਂ ਵਿੱਚ ਬੈਠੇ ਬੈਠੇ ਆਪਣੇ ਕੰਮਕਾਜ ਚਲਦੇ ਚਲਦੇ 2 ਮਿੰਟ 5 ਮਿੰਟ 10 ਮਿੰਟ ਕੱਢ ਕੇ ਆਪਣੀਆਂ ਪੋਸਟਾਂ ਜਿਹੜੀਆਂ ਨੇ ਰੈਗੂਲਰ ਸ਼ੇਅਰ ਕਰ ਰਹੇ ਨੇ, ਤਾਂ ਜੋ ਹਲੇ ਵੀ ਕਾਫੀ ਸਾਰੇ ਜਿਹੜੇ ਲੋਕ ਨੇ ਜਿਹੜਿਆਂ ਨੂੰ ਹਜੇ ਵੀ ਸ਼ਾਇਦ ਸਮਝ ਨਹੀਂ ਹੈ ਕਿ ਕਿਉਂ ਉੱਥੇ ਬੈਠੇ ਹੋਏ ਨੇ। ਉਹਨਾਂ ਦੇ ਮਨ ਵਿੱਚ ਸਵਾਲ ਹੁੰਦੇ ਨੇ ਕਿ ਬਈ ਉਹਨਾਂ ਦਾ ਮਸਲਾ ਹੱਲ ਨਹੀਂ ਹੋਇਆ। ਬਈ ਮਸਲਾ ਉਦੋਂ ਹੀ ਹੱਲ ਹੋਊਗਾ ਜਦੋਂ ਢੀਠ ਸਰਕਾਰਾਂ, ਬਸ਼ਰਮ ਸਰਕਾਰਾਂ ਨੂੰ ਥੋੜੀ ਸ਼ਰਮ ਆਵੇਗੀ ਤੇ ਕਿਸਾਨਾਂ ਨੂੰ ਕਿਸਾਨ ਦੇ ਵਜੋਂ ਦੇਖੂਗੀ, ਨਾ ਕਿ ਓਪਰੇ ਕਿਸੇ ਹੋਰ ਮੁਲਕ ਦੇ ਨਿਵਾਸੀ ਵਜੋਂ। ਸੋ ਅੱਗੇ ਹੁਣ ਖੈਰ ਸਾਹਿਬ ਗੱਲ ਕਰਦੇ ਹਾਂ, ਇੱਕ ਹੋਰ ਬੜੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਕਿ MP ਯਾਨੀ ਕਿ ਮੱਧ ਪ੍ਰਦੇਸ਼ ਦੇ ਵਿੱਚ ਇੱਕ ਬੱਸ ਜਿਹੜੀ ਹੈ ਉਹ ਸਿੱਧਾ ਉੱਥੋਂ ਦੀ ਜਿਹੜਾ ਕਨਾਲ ਹੈ ਉਹਦੇ ਵਿੱਚ ਜਾ ਵੜਦੀ ਹੈ ਤੇ ਹੁਣ ਤੱਕ 40 ਦੇ ਤਕਰੀਬਨ ਲੋਕਾਂ ਦੀ ਮੌਤ ਹੋ ਜਾਂਦੀ ਹੈ। ਮੈਂ ਪਹਿਲਾਂ ਵੀ ਗੱਲ ਕਰ ਦਿੱਤਾ ਕਿ ਸਿਸਟਮ, ਚਲੋ ਇਹ ਤਾਂ ਅਸੀਂ ਕਹਿੰਦੇ ਹਾਂ ਕਿ ਉਹ ਗੱਲਾਂ ਨੇ ਜਿਨ੍ਹਾਂ ਦੇ ਉੱਤੇ ਕੰਟਰੋਲ ਨਹੀਂ ਕੀਤਾ ਜਾਂਦਾ, ਪਰ ਜਦੋਂ ਅਸੀਂ ਟਰੈਵਲ ਦੀ ਗੱਲ ਕਰਦੇ ਹਾਂ, ਟਰਾਂਸਪੋਰਟ ਦੀ ਗੱਲ ਕਰਦੇ ਹਾਂ, ਮੈਗਾ ਪ੍ਰੋਜੈਕਟਸ ਦੀ ਗੱਲ ਕਰਦੇ ਹਾਂ, ਔਰ ਸਾਨੂੰ ਪਤਾ ਕਿ ਉਹ ਮੈਗਾ ਪ੍ਰੋਜੈਕਟ ਉਸ ਜਗ੍ਹਾ ਦੇ ਉੱਤੇ ਲੱਗਾ ਜਿੱਥੇ ਅਕਸਰ ਗਲੇਸ਼ੀਅਰ ਜਿਹੜੇ ਨੇ ਉਹ ਫਟਦੇ ਰਹਿੰਦੇ ਨੇ, ਆਉਂਦੇ ਰਹਿੰਦੇ ਨੇ, ਤਾਂ ਅਸੀਂ ਪ੍ਰੀਕਾਸ਼ਨ ਨਹੀਂ ਲੈਂਦੇ ਕਿਉਂਕਿ ਉਹਨਾਂ ਦੇ ਬਾਰੇ ਗੱਲ ਕੀਤੀ ਨਹੀਂ ਜਾਂਦੀ। ਤੁਸੀਂ ਦੇਖ ਲਓ ਪਿਛਲੇ 3 ਸਾਲਾਂ ਦੇ ਉੱਤੋਂ ਸਭ ਤੋਂ ਜ਼ਿਆਦਾ ਮੁੱਦਾ ਜਿਹੜਾ ਹੈ ਉਹ ਕਿਹੜਾ ਹੋਇਆ ਜੀ? ਉਹ ਹੈ ਬਾਬਰੀ ਮਸਜਿਦ, ਉਹਦੇ ਉੱਤੇ ਹਿੰਦੂ ਮੰਦਿਰ ਬਣਾਉਣਾ। ਬਸ ਇਹ ਮੁੱਦਾ ਜਿਹੜਾ ਹੈ ਧੂਲ ਫੜਦਾ ਜਾਂਦਾ ਹੈ। ਹੁਣ ਇਦਾਂ ਲੱਗਣਾ ਸ਼ੁਰੂ ਹੋ ਗਿਆ ਕਿ ਜੇ ਅਸੀਂ ਭਾਰਤ ਦੇ ਵਿੱਚ ਵਾਸੀ ਹਾਂ ਤਾਂ ਸਾਨੂੰ ਆਪਣੀ ਜਿਹੜੀ ਲਾਇਲਟੀ ਹੈ ਜਾਂ ਦੇਸ਼ ਵਾਸੀ ਦੀ ਜਿਹੜੀ ਇੱਕ ਭਾਵਨਾ ਹੁੰਦੀ ਹੈ ਕਿ ਕਹਿ ਲਓ ਕਿ ਉਹ ਸਾਨੂੰ ਪ੍ਰੂਵ ਕਰਕੇ ਰਹਿਣਾ ਪੈਣਾ। ਜਿੱਥੇ ਤੁਹਾਨੂੰ ਹੁੰਦਾ ਸੀ ਕਿ ਤੁਸੀਂ ਇਸ ਦੇਸ਼ 'ਚ ਜੰਮੇ ਪਲੇ ਆ, ਬਸ ਤੁਸੀਂ ਇਸ ਦੇਸ਼ ਦੇ ਹੋ ਗਏ ਆ, ਹੁਣ ਇਦਾਂ ਦਾ ਸਿਸਟਮ ਨਹੀਂ ਰਹਿ ਗਿਆ। ਜਿਹੜਾ ਸਰਕਾਰ ਖਿਲਾਫ ਬੋਲਦਾ ਉਹਨੂੰ ਆਪਣਾ ਜਿਹੜਾ ਇੰਟੈਂਸ਼ਨ ਹੈ ਉਹ ਸ਼ੋਰ ਕਰਨੀ ਪੈਂਦੀ ਹੈ ਕਿ ਬਈ ਮੈਂ ਤਾਂ ਦੇਸ਼ ਦਾ ਪੱਕਾ ਵਾਸੀ ਹਾਂ, ਮੈਨੂੰ ਦੇਸ਼ ਦੇ ਨਾਲ ਪ੍ਰੇਮ ਹੈ। ਦੇਸ਼ ਦੇ ਨਾਲ ਪ੍ਰੇਮ ਦੀ ਪਰਿਭਾਸ਼ਾ ਹੁਣ BJP ਦੇ ਨਾਲ ਪ੍ਰੇਮ ਵਾਲੀ ਬਣਾ ਦਿੱਤੀ ਹੈ। ਇੱਕ ਤਰੀਕੇ ਦੇ ਨਾਲ ਉਸ ਚੀਜ਼ ਹੈ ਜਿੱਥੇ ਸਾਨੂੰ ਅੱਗੋਂ ਸੋਚਣ ਹੀ ਨਹੀਂ ਦਿੱਤਾ ਜਾਂਦਾ। ਮੈਂ ਸਵੇਰੇ ਪੜ੍ਹਦਾ ਸੀ ਕਿ ਮਹਾਰਾਸ਼ਟਰ ਦੇ ਵਿੱਚ ਵੀ ਬਹੁਤ ਵੱਡਾ ਕਾਂਡ ਹੋਇਆ ਜਿੱਥੇ 13 ਤੋਂ ਵੱਧ ਲੋਕ ਮਾਰੇ ਗਏ। ਟਰਾਂਸਪੋਰਟ ਦੀਆਂ ਘਟਨਾਵਾਂ ਜਿਹੜੀਆਂ ਨੇ ਸਾਡੇ ਵਰਗੇ ਮੁਲਕ ਦੇ ਵਿੱਚ ਅਜੇ ਵੀ ਬਹੁਤ ਹੁੰਦੀਆਂ ਨੇ ਜੀ। ਹਰ ਮਿੰਟ ਇੱਕ ਬੰਦਾ ਮਰਦਾ ਹੈ ਜਦੋਂ ਅਸੀਂ ਕਹਿੰਦੇ ਹਾਂ ਕਿ ਟ੍ਰੈਫਿਕ ਦੀ ਗੱਲ ਆਉਂਦੀ ਹੈ, ਪਰ ਸਰਕਾਰਾਂ ਕਿਤੇ ਸੋਚਦੀਆਂ ਨੇ। ਜਦੋਂ ਕੁਪੋਸ਼ਣ ਦੀ ਗੱਲ ਕਰਦੇ ਹਾਂ ਤੇ ਕੁਪੋਸ਼ਣ ਅਸੀਂ ਕਿਤੇ ਦੁਨੀਆ ਦੇ 100 ਦੇ ਮੁਲਕ ਲੈ ਲਈਏ, ਅਸੀਂ ਉਹਨਾਂ 100 ਮੁਲਕਾਂ ਦੇ ਵਿੱਚ ਵੀ ਨਹੀਂ ਆਉਂਦੇ। ਤੇ ਫਿਰ ਅਸੀਂ ਕਿਸ ਗੱਲਾਂ ਦੇ ਉੱਤੇ ਜੜੇ ਹੋਏ ਆ, ਸਾਨੂੰ ਸਮਝਣ ਦੀ ਲੋੜ ਹੈ। ਔਰ ਮੈਂ ਬਹੁਤ ਵਾਰ ਕਹਿੰਦਾ ਕਿ ਉਹ ਯੁੱਗ ਹੈ ਜਿੱਥੋਂ ਸਾਨੂੰ ਮੀਡੀਆ ਤੋਂ ਡਰਨ ਦੀ ਲੋੜ ਹੈ।
ਜਿੰਨਾ ਅਸੀਂ ਉਹ ਮੀਡੀਆ ਜਿਹੜਾ ਨੈਸ਼ਨਲ ਮੀਡੀਆ ਹੈ ਉਹਨੂੰ ਘੱਟ ਪੜਾਂਗੇ, ਅਸੀਂ ਉਨਾ ਹੀ ਜ਼ਿਆਦਾ ਸਰਕਾਰਾਂ ਦੇ ਜਿਹੜੇ ਬੁਰੇ ਵਤੀਰੇ ਆ ਉਹਨਾਂ ਨੂੰ ਜਾਣ ਸਕਾਂਗੇ। ਕਿਉਂਕਿ ਜਦੋਂ ਵੀ ਤੁਸੀਂ ਕੋਈ ਖਬਰ ਪੜ੍ਹ ਰਹੇ ਹੋ ਤਾਂ ਉਹਨੂੰ ਕ੍ਰਾਸ ਚੈੱਕ ਕਰਨਾ ਬਹੁਤ ਜ਼ਰੂਰੀ ਹੈ। ਉਹਨੂੰ ਦੇਖੋ ਕਿ ਬਈ ਆਹ ਜਿਹੜੀ ਚੀਜ਼ ਹੈ ਇਹ ਇੰਨੇ ਅਖਬਾਰ ਨੇ ਵੀ ਇਹੀ ਲਿਖੀ ਆ, ਆਹ ਦੂਸਰੀ ਅਖਬਾਰ ਨੇ ਵੀ ਇਹੀ ਲਿਖੀ ਆ, ਤੀਸਰੀ ਅਖਬਾਰ ਨੇ ਵੀ ਇਹ ਲਿਖੀ ਆ, ਫਿਰ ਉਸ ਖਬਰ ਦੇ ਉੱਤੇ ਗੱਲ ਕਰੋ। ਕਿਉਂਕਿ ਇਹ ਉਹ ਯੁੱਗ ਹੈ ਜਿੱਥੇ ਟੂਲ ਕਿਟ ਜੇ ਕੋਈ ਹੋਰ ਵਰਤੇ ਤਾਂ ਉਹ ਦੇਸ਼ ਧਰੋਹੀ ਹੈ, ਤੇ ਜਦੋਂ ਤੁਸੀਂ ਜਿੱਤਣ ਲਈ ਵਰਤੋਂ ਤਾਂ ਫਿਰ ਤੁਸੀਂ ਤਾਂ ਦੇਸ਼ ਦੇ ਨਾਲ ਬਹੁਤ ਵੱਡਾ ਪ੍ਰੇਮ ਕਰਦੇ ਹੋ। ਜੀ, ਸੋ ਆਹ ਤਾਂ ਗੱਲ ਸੀਗੀ ਐਕਸੀਡੈਂਟ ਦੀ ਕਿ ਜਿਹੜਾ ਐਕਸੀਡੈਂਟ ਹੋਇਆ ਉਸ ਵਿੱਚ 40 ਲੋਕ ਜਿਹੜੇ ਨੇ ਤਕਰੀਬਨ ਮਾਰ ਗਏ ਨੇ। ਨੋ ਡਾਊਟ ਜਿਹੜੀ ਆ ਚੀਜ਼ ਹੁੰਦੀ ਹੈ ਸੋਰੀ ਕੁਦਰਤ ਦੇ ਹੱਥ ਵਿੱਚ ਹੁੰਦੀ ਹੈ, ਪਰ ਕਿਤੇ ਨਾ ਕਿਤੇ ਸਰਕਾਰਾਂ ਜਿਹੜੀਆਂ ਨੇ, ਪ੍ਰਸ਼ਾਸਨ ਨੇ, ਉਹਨਾਂ ਦਾ ਫਰਜ਼ ਬਣਦਾ ਹੈ ਕਿ ਇੱਕ ਵਧੀਆ ਸੜਕਾਂ, ਵਧੀਆ ਆਵਾਜਾਈ ਦੇ ਜਿਹੜੇ ਸਾਧਨ ਨੇ ਉਹ ਲੋਕਾਂ ਨੂੰ ਮੁਹੱਈਆ ਕਰਵਾਏ ਜਾਣ, ਵਧੀਆ ਹੈਲਥ ਜਿਹੜੀ ਹੈ ਲੋਕਾਂ ਨੂੰ ਦਿੱਤੀ ਜਾਵੇ, ਵਧੀਆ ਐਜੂਕੇਸ਼ਨ ਲੋਕਾਂ ਨੂੰ ਦਿੱਤੀ ਜਾਵੇ। ਪਰ ਲੋਕੀ ਇਸ ਗੱਲਾਂ ਦੀ ਡਿਮਾਂਡ ਕਿਉਂ ਨਹੀਂ ਕਰ ਰਹੇ? ਕਿਉਂਕਿ ਲੋਕਾਂ ਨੂੰ ਭਟਕਾਇਆ ਜਾ ਰਿਹਾ। ਜਿਵੇਂ ਖਹਿਰਾ ਸਾਹਿਬ ਨੇ ਕਿਹਾ ਕਿ ਮੀਡੀਆ ਦਾ ਜਿਹੜਾ ਬਹੁਤ ਵੱਡਾ ਤਬਕਾ ਹੈ, ਮੈਜੋਰਿਟੀ 95% ਤਕਰੀਬਨ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਦਾ ਇੱਕੋ ਹੀ ਕੰਮ ਹੈ ਕਿ ਸਰਕਾਰ ਦੀ ਜਿਹੜੀਆਂ ਮਾੜੀਆਂ ਚੀਜ਼ਾਂ ਨੇ ਉਸ ਨੂੰ ਲੁਕਾਉਣਾ ਤੇ ਹੋਰਾਂ ਮੁੱਦਿਆਂ ਦੇ ਉੱਪਰ ਲੋਕਾਂ ਨੂੰ ਭਟਕਾਈ ਜਾਣਾ। ਸੋ ਇਹੀ ਕਾਰਨ ਹੈ ਕਿ ਜਿਹੜੇ ਹੋਰ ਵੀ ਮੁੱਦੇ ਨੇ, ਜਿਵੇਂ ਮੈਂ ਹੁਣ ਗੱਲ ਕਰਾਂ ਮਹਿੰਗਾਈ ਦੀ, ਤਾਂ ਮਹਿੰਗਾਈ ਲਗਾਤਾਰ ਵੱਧਦੀ ਜਾ ਰਹੀ ਹੈ। ਪੈਟਰੋਲ ਡੀਜ਼ਲ ਦੇ ਭਾਅ ਅਸਮਾਨਾਂ ਨੂੰ ਛੂ ਚੁੱਕੇ ਨੇ। 100 ਦੇ ਤਕਰੀਬਨ ਜਿਹੜਾ ਪੈਟਰੋਲ ਦਾ ਪ੍ਰਾਈਸ ਹੈ ਉਹ ਹੋ ਚੁੱਕਿਆ ਹੈ। LPG ਸਿਲੰਡਰ ਦੀ ਗੱਲ ਕਰਾਂ ਤੇ ਇੱਕ ਮਹੀਨੇ ਦੇ ਵਿੱਚ 40 ਤੋਂ 50 ਤੋਂ ਵੱਧ ਜਿਹੜੇ ਰੁਪਈਏ ਜਿਹੜਾ ਹੈ ਮਹਿੰਗਾ ਕਰ ਦਿੱਤਾ ਜਾਂਦਾ ਹੈ। ਐਂਡ ਉਹੀ ਸਰਕਾਰ ਹੈ ਜਦੋਂ ਓਪੋਜੀਸ਼ਨ ਵਿੱਚ ਸੀਗੀ ਐਂਡ ਕੱਪੜੇ ਲਾ ਕੇ ਸੜਕਾਂ ਉੱਤੇ ਆ ਕੇ ਅੰਦੋਲਨ ਕਰ ਰਹੀ ਸੀਗੀ ਐਂਡ ਕਿਸਾਨਾਂ ਨੂੰ ਤਾਂ ਅੰਦੋਲਨ ਜੀਵੀ ਕਿਹਾ ਜਾ ਰਿਹਾ, ਉਦੋਂ ਇਹ ਖੁਦ ਨੰਗੇ ਜੀਵੀ ਬਣ ਚੁੱਕੇ ਸੀਗੇ ਤਾਂ ਸਰਕਾਰਾਂ ਦਾ ਵਿਰੋਧ ਕਰ ਰਹੇ ਸਨ। ਪਰ ਹੁਣ ਜਦੋਂ ਆਪਣੀ ਸਰਕਾਰ ਹੈ, ਇੰਨਾ ਜ਼ਿਆਦਾ ਪੈਸੇ ਇਹਨਾਂ ਦਾ ਰੇਟ ਜਿਹੜਾ ਹੈ ਵਧਾ ਦਿੱਤਾ ਹਰ ਇੱਕ ਚੀਜ਼ ਦਾ, ਹੁਣ ਕੋਈ ਬੰਦਾ ਇਸ ਬਾਰੇ ਗੱਲ ਨਹੀਂ ਕਰ ਰਿਹਾ। ਜਿਹੜੀਆਂ ਸਰਕਾਰਾਂ ਨੇ ਉਹ ਤਾਂ ਗੱਲ ਕਰ ਹੀ ਨਹੀਂ ਰਹੀਆਂ। ਓਪੋਜੀਸ਼ਨ 'ਚ ਵੀ ਕੋਈ ਖੈਰ ਸਭ ਗੱਲ ਨਹੀਂ ਕਰ ਰਿਹਾ। ਓਪੋਜੀਸ਼ਨ 'ਚ ਵੀ ਜੇਕਰ ਕੋਈ ਗੱਲ ਕਰੇ ਤੇ ਨਿੱਕੇ ਮੋੜ ਤੇ ਜਾ ਕੇ 2-3 ਬਾਈਟਸ ਦੇ ਕੇ ਲੋਕਾਂ ਨੂੰ ਤੇ ਘਰੇ ਜਿਹੜੇ ਪਹੁੰਚ ਜਾਂਦੇ ਨੇ ਜਿਹੜੇ ਵਿਧਾਇਕ ਵਗੈਰਾ ਨੇ। ਪਰ ਵੱਡੇ ਲੈਵਲ ਤੇ ਗੱਲ ਨਹੀਂ ਚੁੱਕੀ ਜਾ ਰਹੀ ਕਿ ਜਿਹੜਾ ਪੈਟਰੋਲ ਦਾ ਪ੍ਰਾਈਸ ਕਿੰਨਾ ਜ਼ਿਆਦਾ ਵੱਧ ਚੁੱਕਿਆ। ਸੋ ਮੈਨੂੰ ਲੱਗਦਾ ਕਿ ਬਸ ਅੱਜ ਹੋਇਆ ਜਾਂ ਕੱਲ ਹੋਇਆ, ਵਾਕਈ ਜ਼ਰੂਰੀ ਪੈਟਰੋਲ ਪਾਓ, 2 ਦਿਨ ਬਾਅਦ ਫੇਰ ਪਵਾਉਣਾ ਪੈ ਰਿਹਾ ਯਾਰ ਕਿ ਚਲੋ ਜੀ ਪੈਟਰੋਲ ਪਵਾ ਲਓ। ਤੇ ਪਰ ਬਹੁਤ ਮਾੜੀ ਗੱਲ ਹੋ ਰਿਹਾ, ਬੜਾ ਕੁਝ ਲੋਕੀ ਸਵਾਲ ਨਹੀਂ ਪੁੱਛ ਰਹੇ। ਦੇਖੋ ਇਹਨਾਂ ਨੇ ਕਿਹਾ ਜੀ ਅਸੀਂ ਤਾਂ ਉਹਦੇ ਤੋਂ ਕਸਟਮ ਡਿਊਟੀ ਹਟਾ ਦਿੰਦੇ ਹਾਂ। ਕਸਟਮ ਡਿਊਟੀ ਇਸ ਲਈ ਹਟਾ ਦਿੰਦੇ ਕਿਉਂਕਿ ਕਸਟਮ ਡਿਊਟੀ ਜਿਹੜੀ ਹੈ ਉਹ ਸਭ ਤੋਂ ਜ਼ਿਆਦਾ ਕਿਹਨੂੰ ਜਾਂਦੀ ਆ? ਉਹ ਜਾਂਦੀ ਸੂਬਾ ਸਰਕਾਰ। ਪਰ ਇਹ ਜਿਹੜਾ ਟੈਕਸ ਹੈ ਉਹ ਨਹੀਂ ਉਹ ਤੋਂ ਹਟਾਉਂਦੇ। ਕਸਟਮ ਡਿਊਟੀ ਹਟਾਤੀ ਹੈ ਕਿਉਂਕਿ ਕਸਟਮ ਡਿਊਟੀ ਜਿਹੜੀ ਆ ਉਹ ਸੂਬੇ ਨੂੰ ਜਾਣੀ ਹੈ। ਸੋ ਇੱਕ ਤਰੀਕੇ ਨਾਲ ਸਮਝਣ ਵਾਲੀ ਗੱਲ ਹੈ ਕਿ ਜੇ ਤੁਸੀਂ ਵਾਕਈ ਪ੍ਰਾਈਸ ਘਟਾਉਣਾ ਚਾਹੁੰਦੇ ਹੋ, ਹੁਣ ਦੇਖੋ ਦੁਨੀਆ ਦਾ ਕੋਈ ਮੁਲਕ ਨਹੀਂ ਜਿੱਥੇ ਇੰਨਾ ਮਹਿੰਗਾ ਪ੍ਰਾਈਸ ਜਿਹੜਾ ਤੇਲ ਹੈ ਸਾਨੂੰ ਮਿਲਦਾ। ਸੋ ਦੇਖੋ ਜੇ ਤੁਸੀਂ ਹੁਣ ਤੇਲ ਪਵਾ ਰਹੇ ਹੋ ਤਾਂ ਫਿਰ ਪਹਿਲਾਂ ਨਾਰਮਲ ਤੇਲ ਜਿਹੜਾ ਹੈ ਉਹ 90 ਰੁਪਏ ਆ, ਤੇ ਪ੍ਰੀਮੀਅਮ ਦੀ ਗੱਲ ਕਰਾਂ ਤੇ ਉਹ ਫਿਰ ਤੁਸੀਂ ਲਾ ਲਓ ਕਿ 100 ਜਾਂ 101 ਤੱਕ ਤੋਂ ਹੀ ਪਹੁੰਚ ਜਾਓਗੇ। ਇੱਕ ਤਰੀਕੇ ਨਾਲ ਬਹੁਤ ਵੱਡਾ ਹੈ। ਜੇ ਜੇਬ ਦੇਖੋ ਤਾਂ ਜੇਬ ਸ਼ਾਇਦ ਇੰਨਾ ਭਾਰ ਸਵੇ ਵੀ ਨਾ। ਔਰ ਸਰਕਾਰਾਂ ਤੇ ਅੱਗੇ ਕਹਿੰਦੀਆਂ ਜੇ ਨੌਕਰੀ ਕਰਨੀ ਆ ਤਾਂ ਤੁਸੀਂ ਆਪ ਦਾ ਧੰਦਾ ਖੋਲ ਲਓ। ਧੰਦਾ ਇਸ ਲਈ ਖੋਲ ਲਓ ਕਿ ਅਸੀਂ ਲੋਨ ਜਿਹੜੇ ਦਿੱਤੇ ਨੇ, ਜਿਹੜਾ ਅਸੀਂ ਰਿਵਾਈਵ ਪੈਕੇਜ ਦਿੱਤਾ ਸੀ ਜਿਹੜਾ ਸਾਨੂੰ ਆਪ ਨੂੰ ਕਹਿੰਦੇ ਸਮਝ ਨਹੀਂ ਸੀਗਾ, ਅਸੀਂ ਲੋਨ ਦੇ ਦਿੱਤਾ। ਇਸ ਮੰਦੀ ਹਾਲਤ 'ਚ ਤੁਸੀਂ ਲੋਨ ਲੈ ਲਓ, ਆਪਣਾ ਧੰਦਾ ਚਲਾਓ, ਤੁਹਾਡਾ ਧੰਦਾ ਚੱਲੇ ਨਾ ਚੱਲੇ ਪਰ ਸਰਕਾਰਾਂ ਦੀ ਜੇਬ ਦੇ ਵਿੱਚ ਬੱਲੇ ਬੱਲੇ ਹੁੰਦੀ ਰਹੇ। ਸੋ ਇੱਕ ਤਰੀਕੇ ਨਾਲ ਸਰਕਾਰਾਂ ਉਹਨਾਂ ਮੁੱਦਿਆਂ ਉੱਤੇ ਗੱਲ ਨਹੀਂ ਕਰ ਰਹੀਆਂ ਜਿਹੜੇ ਮੁੱਦੇ ਵਿਚਾਰਨ ਦੀ ਲੋੜ ਹੈ। ਜੀ, ਸੋ ਖੈਰ ਸਾਹਿਬ ਜੇਕਰ ਗੱਲ ਕਰੀਏ ਕੇਂਦਰ ਸਰਕਾਰ ਦੀ, ਤਾਂ ਕੇਂਦਰ ਸਰਕਾਰ ਕਾਫੀ ਚਿਰਾਂ ਤੋਂ ਅਸੀਂ ਗੱਲ ਕਰੀਏ ਕਿ ਸੂਬਾ ਸਰਕਾਰ ਦੇ ਸਾਰੇ ਜਿਹੜੇ ਹੱਕ ਨੇ ਉਹਨਾਂ ਨੂੰ ਖੋਣਾ ਚਾਹੁੰਦੀ ਹੈ। ਭਾਵੇਂ ਉਹ ਗੱਲ ਹੋਵੇ ਪਾਣੀਆਂ ਦੀ, ਭਾਵੇਂ ਗੱਲ ਹੋਵੇ ਪੈਟਰੋਲ ਦੀ, ਤੇ ਭਾਵੇਂ ਹੁਣ ਗੱਲ ਹੋਵੇ ਪੈਟਰੋਲੀਅਮ ਦੀ। ਸੋ ਹਰ ਇੱਕ ਜਿਹੜੇ ਹੱਕ ਨੇ ਉਹਨਾਂ ਦੇ ਖੋਣਾ ਚਾਹੁੰਦੀ ਹੈ ਐਂਡ ਉਹਨਾਂ ਦੇ ਸੂਬਿਆਂ ਦੇ ਉੱਪਰ ਨਿਗਾਹ ਰੱਖੀ ਹੋਈ ਹੈ ਕਿ ਕਿਹੜੇ ਸੂਬੇ 'ਚ ਕਿਹੜੀ ਚੀਜ਼ ਸਾਨੂੰ ਮਿਲ ਸਕਦੀ ਹੈ। ਕਿਉਂਕਿ ਸਰਕਾਰ ਜਿਹੜੀ ਹੈ ਰੈਗੂਲਰ ਇੰਨੇ ਘਾਟੇ ਵਿੱਚ ਚੱਲਦੀ ਪਈ ਹੈ। ਉਹ ਜਿਹੜਾ ਹਜ਼ਾਰਾਂ ਲੱਖਾਂ ਕਰੋੜ ਦਾ ਜਿਹੜਾ ਘਾਟਾ ਹੈ ਉਹ ਸਿਰਫ ਤੇ ਸਿਰਫ ਸਰਕਾਰੀ ਮਹਿਕਮਿਆਂ ਤੋਂ ਪੂਰਾ ਕੀਤਾ ਜਾ ਰਿਹਾ, ਜਾਂ ਫਿਰ ਸੂਬੇ ਦੀਆਂ ਜੇਬਾਂ ਦੇ ਵਿੱਚ ਹੱਥ ਪਾ ਕੇ ਪੈਸੇ ਕੱਢੇ ਜਾ ਰਹੇ ਨੇ ਕਿ ਬਈ ਇਹਨੇ ਤਾਂ ਆਪ ਤਾਂ ਦੇਣੇ ਨਹੀਂ, ਮੈਂ ਹੀ ਕੱਢ ਲੈਂਦਾ ਵਾਂ। ਸੋ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਕਿ 4 ਬੈਂਕ ਦੇ ਤਕਰੀਬਨ ਜਿਹੜੇ ਨੇ ਸਰਕਾਰੀ ਬੈਂਕ ਨੇ ਉਹ ਹੁਣ ਪ੍ਰਾਈਵੇਟ ਹੋਣ ਜਾ ਰਹੇ ਨੇ। ਮੈਂ ਪ੍ਰਾਈਵੇਟ ਬੈਂਕ ਨੂੰ ਸਰਕਾਰੀ ਬੈਂਕ ਹੁੰਦੇ ਬੜੀ ਵਾਰੀ ਵੇਖਿਆ ਜਦੋਂ ਸਰਕਾਰਾਂ ਜਿਹੜੀਆਂ ਕਾਂਗਰਸ ਵਰਗੀ ਸਰਕਾਰ ਸੀ ਅਸੀਂ ਉਹਨਾਂ ਦੀ ਹਮਾਇਤ ਨਹੀਂ ਕਰ ਰਹੇ, ਪਰ ਉਦੋਂ ਹੁੰਦਾ ਸੀਗਾ ਜਿਹੜੇ ਬੈਂਕ ਸੀਗੇ ਜਿਹੜੇ ਵਧੀਆ ਕੰਮ ਕਰਦੇ ਸੀਗੇ ਉਹਨਾਂ ਨੂੰ ਪ੍ਰਾਈਵੇਟ ਤੋਂ ਸਰਕਾਰੀ ਕਰ ਦਿੱਤਾ ਜਾਂਦਾ ਸੀਗਾ। ਪਰ ਪਹਿਲੀ ਵਾਰੀ ਦੇਖ ਰਹੇ ਕਿ ਸਰਕਾਰੀ ਬੈਂਕਾਂ ਤੋਂ ਪ੍ਰਾਈਵੇਟ ਕੀਤਾ ਜਾ ਰਿਹਾ ਤੇ ਉਹਨਾਂ 'ਚੋਂ ਪੈਸੇ ਉਹਨਾਂ ਨੂੰ ਵੇਚਣ ਤੇ ਲਾਇਆ ਹੋਇਆ ਵਾ। ਹੋਰ ਵੀ ਕਾਫੀ ਸਾਰੇ ਜਿਹੜੇ ਕੰਮ ਨੇ ਜਿਹੜੇ ਸਰਕਾਰ ਕਰ ਰਹੀ ਹੈ, ਪੈਟਰੋਲੀਅਮ ਵੇਚ ਚੁੱਕੀ ਹੈ, ਰੇਲਵੇ ਵੇਚ ਚੁੱਕੀ ਹੈ, FDI ਵਿੱਚ ਇੰਨੇ ਸਾਰਾ ਪਰਸੈਂਟੇਜ ਜਿਹੜਾ ਹੈ ਅਲੋ ਕਰ ਦਿੱਤਾ ਜਾਂਦਾ ਹੈ। ਇੱਕ ਤਰ੍ਹਾਂ ਦਾ ਤੁਹਾਡੇ ਭਾਰਤ ਸਰਕਾਰ ਦਾ ਕਿੰਨਾ ਕੁ ਕੰਟਰੋਲ ਰਹੇਗਾ ਉਹਨਾਂ ਚੀਜ਼ਾਂ ਦੇ ਉੱਪਰ, ਕਿਉਂਕਿ FDI ਹਾਵੀ ਹੋ ਜਾਏਗਾ ਇੱਕ ਪੁਆਇੰਟ ਤੇ ਆ ਕੇ। ਸੋ FDI ਵਿੱਚ ਜੇਕਰ ਪਰਸੈਂਟੇਜ ਦੀ ਗੱਲ ਕਰਾਂ ਤਾਂ ਪਰਸੈਂਟੇਜ ਵਧਾ ਦਿੱਤੀ ਜਾਂਦੀ ਹੈ। ਸੋ ਯਾਨੀ ਕਿ ਹਰ ਇੱਕ ਚੀਜ਼ ਵੇਚੀ ਜਾ ਰਹੀ ਹੈ। ਸੂਬੇ ਦੇ ਜਿਹੜੇ ਜਿੱਥੋਂ ਪ੍ਰੋਫਿਟ ਹੁੰਦਾ ਉਹਨਾਂ ਤੇ ਹੱਥ ਪਾਇਆ ਜਾ ਰਿਹਾ। ਸੋ ਸਰਕਾਰ ਜਿਹੜੀਆਂ ਨੇ ਉਹ ਆਪਣੇ ਪੱਲੇ ਤੇ ਕੁਝ ਵੀ ਨਹੀਂ, ਜਿਹਦੇ ਕੋਲ ਕੁਝ ਵੀ ਲੱਭ ਰਿਹਾ ਜਾਂ ਮੰਗ ਕੇ ਉਹਦੇ ਕੋਲ ਲੈ ਰਿਹਾ ਜਾਂ ਫਿਰ ਖੋਹ ਕੇ ਆਪਣੇ ਕੋਲ ਰੱਖਿਆ ਜਾ ਰਿਹਾ,
ਸੋ ਸਰਕਾਰਾਂ ਦਾ ਇਹ ਹਾਲ ਜਿਹੜਾ ਹੈ ਹੋ ਚੁੱਕਿਆ ਹੈ। ਐਂਡ ਐਸੇ ਚੀਜ਼ ਦਾ ਹਿੱਸਾ ਹੈ ਸਾਡੇ ਕਿਸਾਨੀ ਅੰਦੋਲਨ, ਕਿਉਂਕਿ ਕਿਸਾਨਾਂ ਨੂੰ ਸਮਝ ਸੀਗੀ, ਕਿਸਾਨਾਂ ਨੂੰ ਪਹਿਲੇ ਪਤਾ ਲੱਗ ਗਿਆ ਕਿ ਸਰਕਾਰਾਂ ਕਿੰਨੀਆਂ ਗੰਦੀਆਂ ਨੀਤਾਂ ਦੇ ਨਾਲ ਇਹ ਕਾਨੂੰਨਾਂ ਨੂੰ ਲੈ ਕੇ ਆਈ ਹੈ। ਐਂਡ ਤਾਂ ਹੀ ਇਹ ਕਾਰਨ ਹੈ ਕਿ ਪਹਿਲੇ ਦਿਨ ਤੋਂ ਕਿਸਾਨ ਵਿਰੋਧ ਵਿੱਚ ਆ ਗਏ, ਧਰਨੇ ਤੇ ਬੈਠ ਗਏ ਕਿ ਜੋ ਹੁੰਦਾ ਹੋ ਜਾਵੇ, ਅਸੀਂ ਤਾਂ ਕਾਲੇ ਕਾਨੂੰਨ ਜਿਹੜੇ ਨੇ ਵਾਪਸ ਕਰਵਾ ਕੇ ਹਟਾਂਗੇ। ਐਂਡ ਪਿਛਲੇ 3 ਮਹੀਨਿਆਂ ਤੋਂ ਲਗਾਤਾਰ ਜਿਹੜਾ ਕਿਸਾਨੀ ਅੰਦੋਲਨ ਚੱਲ ਰਿਹਾ, ਦੇਸ਼ਾਂ ਵਿਦੇਸ਼ਾਂ ਵਿੱਚ ਲਗਾਤਾਰ ਚਰਚਾਵਾਂ ਦਾ ਹਿੱਸਾ ਬਣ ਰਿਹਾ ਹੈ। ਤੇ ਕਿਸਾਨਾਂ ਨੇ ਵੀ ਹੁਣ ਗੱਲ ਸਮਝ ਲਈ ਹੈ ਕਿ ਸ਼ਾਇਦ ਢੀਠ ਸਰਕਾਰ ਨੂੰ ਸ਼ਾਇਦ ਹੋਰ ਸਮਾਂ ਲੱਗ ਸਕਦਾ ਹੈ। ਇਹੀ ਕਾਰਨ ਹੈ ਕਿ ਉਹਨਾਂ ਨੇ ਹੁਣ ਨਿਸ਼ਚੇ ਕਰ ਲਿਆ ਕਿ ਅਸੀਂ ਹੁਣ ਇੱਥੇ ਹੀ ਬੈਠੇ ਹਾਂ, ਗਰਮੀਆਂ ਆਉਣ ਵਾਲੀਆਂ ਨੇ, ਸੋ ਉਹਨਾਂ ਨੇ ਗਰਮੀਆਂ ਦਾ ਪ੍ਰਬੰਧ ਵੀ ਜਿਹੜਾ ਹੈ ਕਰਨਾ ਸ਼ੁਰੂ ਕਰ ਦਿੱਤਾ। ਨਿੱਕੇ ਨਿੱਕੇ ਕੰਧਾਂ ਬਣਾਈਆਂ ਜਾ ਰਹੀਆਂ ਨੇ, ਉੱਥੇ ਨਿੱਕੇ ਨਿੱਕੇ ਜਿਹੜੇ ਟੈਂਟ ਨੇ ਉਹ ਬਣਾਏ ਜਾ ਰਹੇ ਨੇ, ਤਾਂ ਜੋ ਗਰਮੀਆਂ ਵਿੱਚ ਜਦੋਂ ਬਾਰਿਸ਼ ਵਗੈਰਾ ਅਗਰ ਹੋਵੇਗੀ ਤਾਂ ਪਾਣੀ ਅੰਦਰ ਨਾ ਵੜੇ, ਥੋੜਾ ਜਿਹਾ ਉਹਨਾਂ ਨੂੰ ਮੌਸਮ ਵੀ ਥੋੜਾ ਜਿਹਾ ਠੀਕ ਠਾਕ ਜਿਹਾ ਰਹੇ। ਜਨਰੇਟਰ ਦੇ ਪ੍ਰਬੰਧ ਉੱਥੇ ਕੀਤੇ ਜਾ ਰਹੇ ਨੇ। ਸੋ ਪੱਕੇ ਡੇਰੇ ਜਿਹੜੇ ਨੇ ਉਹ ਉੱਥੇ ਲਗਾਏ ਜਾ ਰਹੇ ਨੇ। ਦੇਖੋ, ਅਕਤੂਬਰ ਦਾ ਅਲਟੀਮੇਟਮ ਜਿਹੜਾ ਸੀਗਾ ਉਹ ਐਵੇਂ ਨਹੀਂ ਦੇ ਦਿੱਤਾ। ਕਿਸਾਨੀ ਸੰਘਰਸ਼ ਜਿਵੇਂ ਜਿਵੇਂ ਅੱਗੇ ਵੱਧਦਾ ਜਾ ਰਿਹਾ, ਕਈ ਵਾਰ ਹੁੰਦਾ ਨਾ ਕਿ ਥਿਊਰੀ ਆਫ ਡਿਮੈਂਸ਼ਿੰਗ ਆਉਂਦੀ ਹੈ ਕਿ ਜਦੋਂ ਤੁਸੀਂ ਕੋਈ ਚੀਜ਼ ਉੱਪਰ ਚਲੇ ਜਾਂਦੀ ਹੈ ਉਹਦਾ ਥੱਲੇ ਡਿੱਗਣਾ ਲਾਜ਼ਮੀ ਹੁੰਦਾ ਹੈ। ਪਰ ਇਹਦਾ ਕੀ ਹੁੰਦਾ ਹੈ, ਇਹ ਪੜਾਅ ਦਰ ਪੜਾਅ ਜਿਹੜਾ ਹੈ ਕਦੀ ਵੱਧਦਾ ਹੈ, ਕਦੀ ਫੁੱਲਦਾ ਹੈ ਤੇ ਕਦੀ ਨੌਜਵਾਨ ਹੁੰਦਾ ਨਜ਼ਰ ਆ ਰਿਹਾ। ਇੱਕ ਇਹਦੀ ਖਾਸੀਅਤ ਇਹ ਹੈ ਕਿ ਕਿਉਂਕਿ ਲੋਕਾਂ ਦਾ ਸੰਘਰਸ਼ ਹੈ ਔਰ ਲੋਕਾਂ ਨੂੰ ਅੱਜ ਤੱਕ ਕੋਈ ਨਹੀਂ ਹਰਾ ਸਕਿਆ। ਜਨ ਦੇ ਵਿੱਚ ਬਹੁਤ ਸ਼ਕਤੀ ਹੈ। ਜਦੋਂ ਅਸੀਂ ਕਹਿੰਦੇ ਜਨ ਅੰਦੋਲਨ ਹੋ ਗਿਆ ਤਾਂ ਫਿਰ ਸ਼ਾਇਦ ਉਹਦਾ ਕੋਈ ਤੋੜ ਨਹੀਂ ਹੈ। ਪਰ ਇੱਥੇ ਇਹ ਵੀ ਗੱਲ ਹੈ ਕਿ ਸਾਡੇ ਜਿਹੜੇ ਨੌਜਵਾਨ ਨੇ ਜਾਂ ਫਿਰ ਹੁਣ ਪਿੰਡਾਂ ਦੇ ਲੋਕ ਨੇ, ਉਹਨਾਂ ਨੂੰ ਇੱਕ ਕਹਿ ਲਓ ਕਿ ਲੜੀਬੰਦ ਜਾਂ ਕੜੀਬੰਦ ਹੋ ਕੇ ਇਸ ਅੰਦੋਲਨ ਨੂੰ ਅੱਗੇ ਵਧਾਉਣਾ ਆ। ਔਰ ਜਿਵੇਂ ਹੁਣ ਤੱਕ ਜਿਹੜਾ ਹੈ ਸਾਨੂੰ ਸਹਿਯੋਗ ਦਿੰਦੇ ਆਏ ਨੇ, ਪਿੰਡਾਂ ਦੇ ਵਿੱਚੋਂ ਸੱਥਾਂ ਬਣਦੀਆਂ ਨੇ ਔਰ ਕਹਿੰਦੇ ਨੇ ਕਿ ਪਹਿਲਾਂ ਅਸੀਂ ਜਾਵਾਂਗੇ, ਫਿਰ ਦੂਸਰਾ ਜੱਥਾ ਜਾਂਦਾ, ਫਿਰ ਤੀਸਰਾ ਜੱਥਾ ਜਾਂਦਾ। ਹੁਣ ਲੋੜ ਇੱਦਾਂ ਹੈ ਕਿਉਂਕਿ ਅੱਗੋਂ ਵਢਾਈ ਸ਼ੁਰੂ ਹੋ ਜਾਣੀ ਹੈ ਕਣਕ ਦੀ, ਤੇ ਅਸੀਂ ਉਹ ਖੇਤੀ ਦਾ ਸਮਾਨ ਜਿਹੜਾ ਹੈ, ਸੰਦ ਵੀ ਹੈ ਉਹ ਵੀ ਦੇਖਣੇ ਆ, ਫਿਰ ਉਹਨੂੰ ਸਾਂਭਣਾ ਵੀ ਹੈ। ਉਹ ਹੁਣ ਪਹਿਲਾਂ ਹੁੰਦਾ ਸੀ ਕਿ ਤੂੜੀ ਤੰਦ ਸਾਂਭ, ਹਾੜੀ ਸੋਹਣੀ ਵੇਚ ਵੱਟ ਕੇ, ਲੰਬੜਾ ਤੇ ਸ਼ਾਂ ਦਾ ਹਿਸਾਬ ਕੱਟ ਕੇ, ਕੱਛੇ ਮਾਰ ਵੰਝਲੀ ਆਨੰਦ ਛਾ ਗਿਆ, ਮਾਰਦਾ ਦਮਾਮੇ ਜੱਟ ਮੇਲੇ ਆ ਗਿਆ। ਹੁਣ ਇਹ ਮੇਲਾ ਨਹੀਂ, ਇਹ ਅੰਦੋਲਨ ਹੋ ਗਿਆ ਕਿ ਤੂੜੀ ਤੰਦ ਸਾਂਭਣੀ ਹੈ ਤੇ ਫਿਰ ਉਸ ਤੋਂ ਬਾਅਦ ਕੱਪੜਾ ਲੀੜਾ ਸਮਾਉਣਾ ਹੈ ਤੇ ਫਿਰ ਚਲੇ ਜਾਣਾ ਅੰਦੋਲਨ ਦੇ ਵਿੱਚ। ਜੀ ਬਈ ਇਹ ਸਾਡਾ ਕੰਮ ਹੈ, ਕਿਉਂਕਿ ਰਕੇਸ਼ ਟਕੈਤ ਹੋਣਾ ਨੇ, ਰਾਜੇਵਾਲ ਹੋਣਾ ਨੇ ਇਹ ਕਹਿ ਦਿੱਤਾ ਵੀ ਹੁਣ ਦੋਨੇ ਕੰਮ ਆਪਾਂ ਨਾਲ ਨਾਲ ਕਰਨੇ ਆ, ਨਾ ਖੇਤੀ ਦਾ ਨੁਕਸਾਨ ਹੋਵੇ ਤੇ ਨਾ ਹੀ ਹੁਣ ਸਾਡੇ ਇਸ ਅੰਦੋਲਨ ਦਾ ਨੁਕਸਾਨ ਹੋਵੇ। ਸੋ ਐਸੇ ਦੋਸਤੋ ਸਾਡਾ ਅੱਜ ਦਾ ਪ੍ਰੋਗਰਾਮ ਮੁੱਦਾ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਡੇ YouTube ਚੈਨਲ ਪੰਜਾਬ ਮੇਲ USA TV ਦੇ ਉੱਪਰ ਜਾ ਕੇ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ, ਲਾਈਕ ਕਰ ਸਕਦੇ ਹੋ ਸਾਡੀ ਵੀਡੀਓ ਐਂਡ ਕਮੈਂਟ ਕਰ ਸਕਦੇ ਹੋ ਆਪਣੇ ਵੈਲਿਊਬਲ। ਤੁਹਾਡਾ ਬਹੁਤ ਬਹੁਤ ਧੰਨਵਾਦ।